ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਘ ਦੇ ਮਹੀਨੇ ਦੀ ਸੰਗਰਾਂਦ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਮਨਾ ਰਹੇ ਸਤਸੰਗੀ ਜਨੋ, ਭਾਗਾਂ ਵਾਲੇ ਹੋ ਆਪ। ਜਿਨ੍ਹਾਂ ਨੂੰ ਜਪ ਤਪ ਕਰਨ ਦਾ ਇਹ ਵੇਲਾ ਪ੍ਰਾਪਤ ਹੋਇਆ ਹੈ। ਸ਼੍ਰੀ ਮੁਕਤਸਰ ਸਾਹਿਬ ਦੀ ਉਹ ਪਾਵਨ ਸਰਜਣੀ ਜਿੱਥੇ 40 ਸਿਰ ਲੱਥ ਯੋਧਿਆਂ ਨੇ ਆਪਣੇ ਧਰਮ ਲਈ, ਗੁਰੂ ਲਈ ਆਪਾ ਨਿਸ਼ਾਵਰ ਕੀਤਾ। ਸਮੁੱਚੇ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟ ਕੋਟ ਵਾਰ ਪ੍ਰਣਾਮ। ਆਓ ਚੱਲ ਰਹੀ ਇਸ ਪਾਵਨ ਸਥਾਨ ਉੱਤੇ ਗੁਰ ਇਤਿਹਾਸ ਦੀ ਕਥਾ, ਜਿਸ ਨੂੰ ਆਪ ਜੀ ਵਿਸ਼ੇਸ਼ ਕਰਕੇ ਬੜੀ ਦੂਰੋਂ ਦੂਰੋਂ ਚੱਲ ਕੇ ਚਾਅ ਸਹਿਤ ਸਰਵਣ ਕਰਦੇ ਹੋ। ਪਹਿਲਾਂ ਉਹਦਾ ਆਨੰਦ ਮਾਣੀਏ। ਚੱਲ ਰਹੇ ਪਾਵਨ ਪ੍ਰਸੰਗਾਂ ਵਿੱਚੋਂ ਆਪ ਜੀ ਨੇ ਭਗਤ ਪ੍ਰਹਿਲਾਦ ਜੀ ਦੀ ਆਤਮਿਕ ਵਾਰਤਾ ਨੂੰ ਸੁਣਿਆ, ਜੋ ਆਪਣੀ ਹੱਡ ਬੀਤੀ ਗੁਰੂ ਨਾਨਕ ਪਾਤਸ਼ਾਹ ਨੂੰ ਸੁਣਾ ਰਹੇ ਨੇ। ਕਿਵੇਂ ਸੰਡਾ ਮਰਗਾ ਦੀ ਕਸਟਡੀ ਦੇ ਵਿੱਚ ਭਗਤ ਪ੍ਰਹਿਲਾਦ ਜੀ ਬੁਰੇ ਤੋਂ ਬੁਰੇ ਦਿਨ ਕੱਟ ਕੇ ਵੀ ਸ਼ੁਕਰ ਕਰ ਰਹੇ ਨੇ। ਹੌਲੀ ਹੌਲੀ ਰਾਖਸ਼ਾਂ ਦੇ ਬੱਚਿਆਂ ਨੂੰ ਉਹਨਾਂ ਨੇ ਭਗਤੀ ਕਰਨੀ ਸਿਖਾ ਦਿੱਤੀ। ਬੱਚਿਆਂ ਨੂੰ ਰੱਬ ਦੇ ਪ੍ਰੇਮ ਦੀ ਚੇਟਕ ਲੱਗੀ। ਸਵਾਲ ਕਰਕੇ ਪੁੱਛਦੇ ਨੇ, ਭਗਤੀ ਕਦੋਂ ਤੱਕ ਕਰਨੀ ਚਾਹੀਦੀ ਹੈ? ਭਗਤ ਜੀ ਨੇ ਜਵਾਬ ਦਿੱਤਾ, ਕਿਉਂ ਕਰਨੀ ਚਾਹੀਦੀ ਹੈ ਇਹ ਵੀ ਦੱਸਿਆ। ਕਿਵੇਂ ਕਿਵੇਂ ਹਰ ਜੂਨ ਦੇ ਵਿੱਚ ਹਰ ਵਸਤੂ ਪ੍ਰਾਪਤ ਹੋ ਸਕਦੀ ਹੈ, ਪਰ ਬੰਦਗੀ ਨਹੀਂ ਮਿਲਦੀ। ਉਹਨਾਂ ਬੱਚਿਆਂ ਨੂੰ ਸਮਝਾਇਆ ਹੈ, ਮਨੁੱਖਾ ਸਰੀਰ ਦੇ ਵਿੱਚ ਹੀ ਤੁਸੀਂ ਰੱਬ ਨੂੰ ਮਿਲ ਸਕਦੇ ਹੋ, ਉਹਦੀ ਆਰਾਧਨਾ ਕਰ ਸਕਦੇ ਹੋ। ਕਾਮ ਕ੍ਰੋਧ ਲੋਭ ਹੰਕਾਰ ਤੇ ਹਰ ਜੂਨ ਵਿੱਚ ਹੈ। ਜਿਉਂ ਜਿਉਂ ਰਾਖਸ਼ਾਂ ਦੇ ਬੱਚੇ, ਦੈਂਤਾਂ ਦੇ ਬੱਚੇ ਸੁਣਦੇ ਨੇ, ਤਿਉਂ ਤਿਉਂ ਇਕਾਗਰਤਾ ਵੱਧਦੀ ਹੈ, ਅੰਦਰੋਂ ਸ਼ਾਂਤੀ ਮਿਲਦੀ ਹੈ। ਇਹ ਸੀ ਭਗਤ ਜੀ ਦੇ ਜੀਵਨ ਦਾ ਪ੍ਰਭਾਵ। 5 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਨੇ ਸਾਰਿਆਂ ਨੂੰ ਆਪਣੇ ਵਰਗਾ ਬਣਾ ਲਿਆ। ਬਣਾਇਆ ਵੀ ਉਹਨਾਂ ਨੂੰ ਜਿਨ੍ਹਾਂ ਤੋਂ ਦੇਵਤੇ ਵੀ ਡਰਦੇ ਨੇ, ਇਹ ਰਾਖਸ਼ ਨੇ। ਆਓ ਸੁਰਤ ਬਿਰਤ ਨੂੰ ਇਕਾਗਰ ਚਿੱਤ ਬਣਾਈਏ, ਧਿਆਨ ਕਰਕੇ ਚੱਲੀਏ ਉਸੇ ਪਾਵਨ ਥਾਂ ਤੇ ਜਿੱਥੇ ਭਗਤ ਪ੍ਰਹਿਲਾਦ ਜੀ ਆਪਣੇ ਜੀਵਨ ਦਾ ਵਿਸਥਾਰ ਦੱਸ ਰਹੇ ਨੇ। ਪਾਓ ਪ੍ਰੇਮ ਦੀ ਸਾਂਝ, ਆਸੀਸ ਬਖਸ਼ੋ। ਗੱਜ ਵੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ शकत में मोह विसाला पोखन कुटुंब बितायो कल। ਭਗਤ ਪ੍ਰਹਿਲਾਦ ਜੀ ਆਪਣੇ ਉਸ ਬੀਤੇ ਸਮੇਂ ਦਾ ਹਾਲ ਦੱਸਦੇ ਆ, ਜਦੋਂ ਸੰਡੇ ਮਰਕੇ ਦੇ ਘਰ ਦੇ ਵਿੱਚ ਰਹਿੰਦੇ ਆ, ਉਹਨਾਂ ਦੀ ਕੈਦ ਵਿੱਚ ਰਾਜਪੁੱਤਰ ਹੋ ਕੇ। ਜਦ ਛੋਟੇ ਛੋਟੇ ਬੱਚੇ ਰਾਖਸ਼ਾਂ ਦੇ, ਦਾਨਵਾਂ ਦੇ ਕਹਿੰਦੇ ਮੇਰੇ ਪਾਸ ਬਹਿੰਦੇ ਆ, ਮੈਂ ਉਹਨਾਂ ਨੂੰ ਸਿਖਾ ਦਿੱਤਾ ਵੀ ਗ੍ਰਸਥ ਧਰਮ ਦੇ ਵਿੱਚ ਆ ਕੇ ਮਨੁੱਖ ਜਦੋਂ ਰੱਬ ਨੂੰ ਭੁੱਲਦਾ ਨਾ,
ਮੋਹ ਦੀਆਂ ਤੰਦਾਂ ਪੈਂਦੀਆਂ ਨੇ। ਐਸੀਆਂ ਤੰਦਾਂ ਜਿਵੇਂ ਰੱਸੀ ਦੇ ਨਾਲ ਕੋਈ ਲਪੇਟਿਆ ਹੋਵੇ, ਉਹ ਵੀ ਕਹਿੰਦੇ ਸੜ ਸਕਦਾ, ਪਰ ਮੋਹ ਦੀ ਤੰਦ ਨਹੀਂ ਸੜਦੀ। ਭਗਤ ਜੀ ਕਹਿੰਦੇ ਮਨੁੱਖ ਜਿਉਂਦਾ ਜੀ ਆਪਣਾ ਜੀਵਨ ਨਰਕ ਬਣਾ ਲੈਂਦਾ, ਮਾਇਆ ਦੇ ਮੋਹ ਵਿੱਚ ਆਪਣਾ ਜੀਵਨ ਬਰਬਾਦ ਕਰ ਲੈਂਦਾ ਹੈ। ਕਿਉਂਕਿ ਜਵਾਨੀ ਦਾ ਵੀ ਦੱਸਿਆ ਉਹਨਾਂ, ਬਚਪਨ ਦਾ ਵੀ ਦੱਸਿਆ, ਕਿਵੇਂ ਬਚਪਨ ਦੇ ਵਿੱਚ ਅਗਿਆਨ ਹੁੰਦਾ ਹੈ, ਜਵਾਨੀ ਵਿੱਚ ਆ ਕੇ ਔਰਤ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ। ਪਰ ਇੱਕ ਉਮਰ ਐਸੀ ਆਈ, ਕਹਿੰਦੇ ਮਾਇਆ ਦਾ ਲੋਭ ਲਾਲਚ ਜਾਗ ਪਿਆ। ਸੁਭਾਵਿਕ ਗੱਲ ਹੈ, ਜਿੰਨਾ ਲੋਭੀ ਬੰਦਾ ਤੁਹਾਨੂੰ 17 ਤੋਂ ਬਾਅਦ ਵਾਲਾ ਮਿਲੂਗਾ, 40-50 ਵਾਲਾ ਨਹੀਂ ਮਿਲੇਗਾ। 60 ਤੋਂ ਬਾਅਦ ਜਿੰਨਾ ਲੋਭ ਸ਼ੁਰੂ ਹੁੰਦਾ ਹੈ, 75 ਤੋਂ ਬਾਅਦ ਜਿੰਨਾ ਮੋਹ ਸ਼ੁਰੂ ਹੁੰਦਾ ਹੈ, ਸ਼ਾਇਦ ਇਹਨਾਂ ਜ਼ਿੰਦਗੀ 'ਚ ਕਦੇ ਨਹੀਂ ਰਿਹਾ ਹੁੰਦਾ। ਭਗਤ ਜੀ ਨੇ ਦਾਨਵਾਂ ਦੇ ਬੱਚਿਆਂ ਨੂੰ ਸਿਖਾ ਦਿੱਤਾ, ਇਹ ਰਾਜ ਭਾਗ ਦੇ ਸੁੱਖਾਂ ਵਿੱਚ ਸੁੱਖ ਨਹੀਂ ਹੈ, ਸੁੱਖ ਕੇਵਲ ਰੱਬ ਦੀ ਬੰਦਗੀ ਦੇ ਵਿੱਚ ਹੈ, ਉਹਦੀ ਭਗਤੀ ਵਿੱਚ ਹੈ। ਰਾਜ ਸਨੇਹੇ ਪਰਵਾਰ ਵਧਾਨਾ, ਛੁਟਣਾ ਕਠਨ ਬਿਨਾ ਗੁਰ ਗਿਆਨਾ। ਫਿਰ ਉਹ ਬੱਚੇ ਪੁੱਛਦੇ ਆ ਵੀ ਕਿਵੇਂ ਇਸ ਮੋਹ ਤੋਂ ਛੁੱਟਿਆ ਜਾ ਸਕਦਾ। ਰਾਖਸ਼ਾਂ ਦੇ ਬੱਚੇ ਸਵਾਲ ਕਰਦੇ ਆ, ਕਿਉਂਕਿ ਗਿਆਨ ਮਿਲਦਾ ਹੈ। ਭਗਤ ਜੀ ਕਹਿੰਦੇ ਮੈਂ ਆਖਿਆ ਬਿਨਾ ਗੁਰੂ ਤੋਂ ਅਗਿਆਨਤਾ ਤੋਂ ਖਹਿੜਾ ਨਹੀਂ ਛੁੱਟ ਸਕਦਾ, ਬਿਨਾ ਸਤਿਗੁਰ ਸੱਚੇ ਦੇ ਗਿਆਨ ਤੋਂ ਬਗੈਰ ਇਹ ਅੰਧਕਾਰ ਤੋਂ ਬਾਹਰ ਨਿਕਲਿਆ ਨਹੀਂ ਜਾ ਸਕਦਾ। ਇੱਕ ਪੂਰਾ ਸਤਿਗੁਰੂ ਆ ਜਿਹੜਾ ਗ੍ਰਸਥ ਧਰਮ ਵਿੱਚ ਜਿਉਣਾ ਸਿਖਾਉਂਦਾ ਹੈ। ਗ੍ਰਸਥ ਚੰਗਾ ਵੀ ਹੈ ਤੇ ਮਾੜਾ ਵੀ ਹੈ। ਮਾੜਾ ਤਾਂ ਹੈ ਜੇ ਉਹ ਮਾਇਆ ਵਿੱਚ ਸੋਚੇ ਵੀ ਮੇਰੀ ਔਲਾਦ ਤੋਂ ਵੱਧ ਕਿਸੇ ਦੀ ਔਲਾਦ ਹੀ ਨਹੀਂ, ਤੇ ਫਿਰ ਮਾੜਾ ਹੀ ਮਾੜਾ ਹੈ। ਤੇ ਚੰਗਾ ਉਦੋਂ ਹੈ ਗ੍ਰਸਥ ਵਿੱਚ ਆ ਕੇ ਬੇਗਾਨੇ ਦੇ ਬੱਚਿਆਂ ਨੂੰ ਆਪਣਾ ਜਾਣੇ ਤੇ ਆਪਣੇ ਨੂੰ ਵੀ ਬੇਗਾਨਿਆਂ ਵਰਗਾ ਸਮਝੇ, ਮੋਹ ਮਾਇਆ ਹੀ ਨਹੀਂ ਕੋਈ। ਕਹਿੰਦੇ ਫਿਰ ਇਹ ਗ੍ਰਸਥ ਇੱਕ ਸਵਰਗ ਬਣ ਜਾਂਦਾ ਹੈ। ਹੁਣ ਬਾਣੀ ਗ੍ਰਸਥ ਬਾਰੇ ਲਿਖਦੀ ਹੈ, ਭਗਤ ਜੀ ਲਿਖਦੇ ਆ, ਇਸੇ ਤਰ੍ਹਾਂ ਭਾਈ ਗੁਰਦਾਸ ਲਿਖਦੇ ਆ, ਸਕਲ ਧਰਮ ਮਹਿ ਗ੍ਰਸਥ ਪ੍ਰਧਾਨ ਹੈ, ਕਿਹਦੀ ਤੀ ਪ੍ਰਧਾਨ ਹੈ। ਫਿਰ ਦੂਜੇ ਪਾਸੇ ਸਤਿਗੁਰਾਂ ਵੀ ਕਹਿ ਦਿੱਤਾ, ਪੁੱਤਰ ਕਲਤਰ ਗ੍ਰਸਥ ਕਾ ਫਾਸਾ ਹੋਣ ਨਾ ਪਾਈਐ ਰਾਮ ਕੇ ਦਾਸਾ। ਵੀ ਆ ਤੈਨੂੰ ਗ੍ਰਸਥ ਆਸ਼ਰਮ ਨੇ ਰੱਬ ਦਾ ਸੇਵਕ ਨਹੀਂ ਬਣਨ ਦੇਣਾ। ਦੋਨੇ ਗੱਲਾਂ ਪੈਰਲਲ ਚੱਲਦੀਆਂ ਅਵਸਥਾ ਕਰਕੇ। ਭਗਤ ਜੀ ਕਹਿੰਦੇ ਮੇਰੇ ਬਚਨਾਂ ਨੂੰ ਉਹਨਾਂ ਬੱਚਿਆਂ ਨੇ ਜੀਵਨ ਵਿੱਚ ਕਮਾਉਣਾ ਸ਼ੁਰੂ ਕਰ ਦਿੱਤਾ। ਰਾਖਸ਼ਾਂ ਵਾਲੀ ਬਿਰਤੀ ਉਹਨਾਂ ਤਿਆਗ ਦਿੱਤੀ ਹੈ। ਪ੍ਰਭ ਕਰਨਾ ਤੇ ਹੋਏ ਵਿਰਾਗਾ, ਮੋਹ ਕਟੰਬਹਿ ਕਰ ਤਿਆਗਾ। ਕਹਿੰਦੇ ਦੱਸ ਦਿੱਤਾ ਵੀ ਗ੍ਰਸਥ ਮਾੜਾ ਨਹੀਂ, ਪਰਿਵਾਰ ਨਹੀਂ ਮਾੜਾ, ਪਰਿਵਾਰ ਦਾ ਮੋਹ ਮਾੜਾ ਹੈ। ਛੱਡ ਦਿਓ ਇਹਨੂੰ ਮੋਹ ਮਾਇਆ ਨੂੰ। ਕਿੱਥੇ ਮਰਦ ਨੇ ਕਿਹਾ ਵੀ ਧੀ ਪੁੱਤ ਛੱਡੋ, ਪਤਨੀ ਛੱਡ ਦਿਓ, ਪਰਿਵਾਰ ਛੱਡ ਦਿਓ, ਨਹੀਂ। ਸਤਿਗੁਰ ਕਹਿੰਦੇ ਮੋਹ ਛੱਡ ਦਿਓ। ਭਗਤ ਜੀ ਕਹਿੰਦੇ ਇਹਦਾ ਮੋਹ ਤਿਆਗ ਕਰਕੇ ਪਰਿਵਾਰ ਵਿੱਚ ਰਹਿ ਕੇ ਰਾਮ ਨਾਮ ਜਪੀ ਚਲੋ, ਰਾਮ ਨਾਮੇ ਦਾ ਜਾਪ ਕਰੋ। ਫਿਰ ਉਹ ਬੱਚੇ ਸਵਾਲ ਕਰਦੇ ਆ ਸਾਡੇ ਨਾਲੋਂ ਦੇਵਤੇ ਚੰਗੇ ਆ। ਭਗਤ ਜੀ ਕਹਿੰਦੇ ਨਹੀਂ, ਨਾ ਚੰਗੇ ਨਾ ਮਾੜੇ, ਇਹਨਾਂ ਗੱਲਾਂ 'ਚ ਨਹੀਂ ਨਾ ਪੈਣਾ। ਹੁਣ ਇੱਥੇ ਕਹੀਏ ਤੂੰ ਦੇਵਤਾ ਬਣ ਜਾ, ਦੇਵਤਾ ਬਣ ਜਾ, ਦੇਵਤਿਆਂ 'ਚ ਕਿੰਨੇ ਵਿਕਾਰ ਨੇ ਪਤਾ ਤੁਹਾਨੂੰ। ਸਾਡਾ ਸਰੀਰ ਹੈ 5 ਤੱਤਾਂ ਦਾ, ਦੇਵਤਿਆਂ ਦਾ ਸਰੀਰ 17 ਤੱਤਾਂ ਦਾ ਹੈ, ਕਿਸੇ ਦਾ 3 ਤੱਤਾਂ ਦਾ ਹੈ। ਤੇ ਜੇ ਦੇਵਤੇ ਚੰਗੇ ਹੁੰਦੇ ਤੇ ਸਤਿਗੁਰਾਂ ਨੂੰ ਕੀ ਕਹਿਣ ਦੀ ਲੋੜ ਸੀ, ਭਾਈ ਮਨੁੱਖਾ ਜਨਮ ਮਹਾਨ ਹੈ, ਇਹ ਭਲਾ ਹੈ, ਵੱਡਾ ਹੈ, ਸੁੱਚਾ ਹੈ, ਇਸੇ ਜਨਮ 'ਚ ਰੱਬ ਨੂੰ ਮਿਲਣ ਦੀ ਗੱਲ ਕਰਦੇ ਆ। ਕਦੇ ਸੁਣਿਆ ਵੀ ਦੇਵਤਿਆਂ ਨੂੰ ਰੱਬ ਮਿਲਿਆ? ਕਦੇ ਵੀ ਨਹੀਂ ਮਿਲਦਾ। ਦੇਵਤਿਆਂ ਦੀ ਇੱਕ ਜੂਨ ਹੈ, ਸਵਰਗ ਤੇ ਨਰਕ ਦੋ ਚੀਜ਼ਾਂ ਨੇ। ਭਗਤ ਜੀ ਕਹਿੰਦੇ ਦੇਵਤੇ ਨਾ ਚੰਗੇ ਨਾ ਮਾੜੇ, ਸਾਡੇ ਲਈ ਸਾਰਾ ਕੁਝ ਹੀ ਚੰਗਾ ਹੈ, ਅਸੀਂ ਤੇ ਇਹ ਮੰਨਣਾ ਹੈ। ਹੁਣ ਇਹ ਗੱਲਾਂ ਉਹਨਾਂ ਬੱਚਿਆਂ ਦੇ ਦਿਲ ਦਿਮਾਗ ਤੇ ਅਸਰ ਕਰ ਗਈਆਂ ਵੀ ਸਾਡੇ ਮਾਂ-ਬਾਪ ਤੇ ਸਾਡੇ ਉਸਤਾਦ ਸਾਨੂੰ ਇਹ ਸਮਝਾਉਂਦੇ ਆ ਵੀ ਰਾਖਸ਼ ਚੰਗੇ ਆ ਤੇ ਦੇਵਤੇ ਧੋਖੇਬਾਜ਼ ਨੇ। ਜਦੋਂ ਅਸੀਂ ਕਿਸੇ ਦਾ ਬੁਰਾ ਆਪਣੇ ਮਨ ਵਿੱਚ ਰੱਖਾਂਗੇ, ਪਰਕਾ ਬੁਰਾ, ਤੇ ਸਾਡਾ ਭਲਾ ਕਿੱਥੋਂ ਹੋ ਜਾਂਦਾ? ਅਸੀਂ ਸੌਂ ਸਕਦੇ ਹਾਂ? ਅਸੀਂ ਜਿਹਦਾ ਬੁਰਾ ਮੰਗੀਏ ਉਹ ਤੇ ਸੁੱਖ ਦੀ ਨੀਂਦ ਸੁੱਤਾ ਹੈ, ਅਸੀਂ ਜਾਗ ਰਹੇ ਹਾਂ, ਦੁੱਖ ਤੇ ਸਾਨੂੰ ਹੋਇਆ ਨਾ। ਭਗਤ ਕਹਿੰਦੇ ਮੈਂ ਉਹਨਾਂ ਬੱਚਿਆਂ ਨੂੰ ਇਹ ਗੱਲ ਦੱਸ ਦਿੱਤੀ, ਨਾ ਕੋਈ ਦੇਵਤਾ ਨਾ ਕੋਈ ਰਾਖਸ਼,
ਸਭ ਇੱਕ ਨਿਰੰਕਾਰ ਦੀ ਖੇਡ ਹੈ। ਜਗਤ ਅਸਾਰ ਜਾਣ ਕਰ ਸਭ ਹੀ, ਗੁਰ ਉਪਦੇਸ਼ ਗਹਿ ਦਿੜ ਤਬ ਹੀ। ਬੱਚੇ ਪੁੱਛਦੇ ਆ ਅੱਗੋਂ ਦੈਂਤਾਂ ਦੇ, ਕਹਿੰਦੇ ਜੀ ਫਿਰ ਗੁਰੂ ਦਾ ਉਪਦੇਸ਼ ਕਿਵੇਂ ਪ੍ਰਾਪਤ ਹੋਏਗਾ? ਭਗਤ ਜੀ ਕਹਿੰਦੇ ਤਾਂ ਹੋਏਗਾ ਜੇ ਮਨ ਵਿੱਚ ਵੈਰਾਗ ਦੀ ਇੱਛਾ ਰੱਖੋਗੇ। ਬਿਨ ਵੈਰਾਗ ਨਾ ਛੂਟ ਸਮਾਇਆ, ਸਤਿਗੁਰ ਕਹਿੰਦੇ ਬਾਣੀ ਵਿੱਚ। ਕਹਿੰਦੇ ਵਿਰਾਗ ਤੋਂ ਬਿਨਾ ਮਾਇਆ ਦਾ ਮੋਹ ਛੱਡਿਆ ਹੀ ਨਹੀਂ ਜਾ ਸਕਦਾ। ਜਦੋਂ ਵਿਰਾਗ ਆਏਗਾ ਰੱਬ ਨੂੰ ਮਿਲਣ ਦਾ ਚਾਅ ਹੋਏਗਾ, ਉਤਸ਼ਾਹ ਜਾਗੇਗਾ, ਉਹ ਮਾੜਾ ਹੋਏਗਾ। ਅਸਨ ਪ੍ਰੇਮ ਅਵਾਹੜਾ ਕਿਉ ਮਿਲੀਐ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਬੁਲਾਵੇ ਮਾਏ ਇਹ ਕੀ ਹੈ? ਵੈਰਾਗ। ਕਹਿੰਦੇ ਜਦੋਂ ਮਨ ਵਿੱਚ ਵੈਰਾਗ ਆਇਆ ਨਾ, ਇਸ ਵੈਰਾਗ ਨੇ ਮਾਇਆ ਤੋਂ ਖਹਿੜਾ ਛੁਡਾ ਦੇਣਾ, ਜਿਹੜੀ ਮੋਹ ਦੀ ਮਾਇਆ। ਤੇ ਫਿਰ ਮਨੁੱਖ ਗੁਰੂ ਕੋਲੇ ਜਾਂਦਾ ਹੈ, ਸਤਿਗੁਰੂ ਕੋਲੇ ਜਾਂਦਾ ਹੈ। ਗੁਰੂ ਕੋਲ ਜਾ ਕੇ ਬੇਨਤੀ ਕਰਦਾ, ਪਾਤਸ਼ਾਹ ਮੈਨੂੰ ਗਿਆਨ ਦੇ ਦਿਓ ਜੀ, ਮੈਨੂੰ ਸਮਝ ਦੇ ਦਿਓ। ਕਹਿੰਦੇ ਫੇਰ ਗੁਰੂ ਦਾ ਗਿਆਨ ਅਸਰ ਕਰਦਾ ਹੈ। ਬਿਨਾਂ ਗੱਲ ਤੋਂ ਨਹੀਂ। ਘਰੇ ਦਵਾਈਆਂ ਲਈ ਚੱਲੋ, ਕੋਈ ਫਰਕ ਪੈਂਦਾ ਹੈ? ਕੁਛ ਨਾ ਕੁਛ ਹੋਰ ਵੱਧ ਜਾਂਦਾ। ਸਿਆਣੇ ਸੂਝਵਾਨ ਵੈਦ ਕੋਲ ਜਾਈਏ, ਡਾਕਟਰ ਹਕੀਮ ਕੋਲ ਜਾਈਏ, ਉਹਦੇ ਹਿਸਾਬ ਨਾਲ ਚੱਲੀਏ ਤੇ ਗੱਲ ਤਾਂ ਬਣਦੀ ਹੈ। ਹੁਣ ਅੰਮ੍ਰਿਤ ਨਾ ਛਕੇ ਬੰਦਾ ਗੁਰੂ ਵਾਲਾ ਨਾ ਬਣੇ, ਆਖੇ ਮੈਂ ਪਾਠ ਕਰਦਾ ਲੱਖ ਕਰੀ ਚਲੇ ਤੇ ਜਮਾ ਨਹੀਂ ਖੋਲਣੇ। ਸਤਿਗੁਰ ਕਹਿ ਰਹੇ ਆ ਬਾਣੀ 'ਚ, ਕਿਸੇ ਕੰਮ ਨਹੀਂ ਹੋਣਾ। ਪੁੰਨ ਦਾਨ ਤੇਰਾ ਜੋ ਕੁਝ ਵੀ ਹੈ ਨਾ, ਅੱਜ ਦਾ ਦਿਨ ਹੈ, ਮਾਘ ਦੇ ਮਹੀਨੇ ਦੀ ਸੰਗਰਾਂਦ ਹੈ। ਹਿੰਦੁਸਤਾਨ 'ਚ ਕਾਹਦਾ ਦਿਨ ਹੈ? ਗੰਗਾ ਤੇ ਇਸ਼ਨਾਨ ਕਰਨ ਦਾ ਦਿਨ ਹੈ। ਕੱਲਾ ਇਸ਼ਨਾਨ ਨਹੀਂ, ਇਸ਼ਨਾਨ ਦੇ ਨਾਲ ਲੋਕੀ ਦਾਨ ਕਰਦੇ ਆ। ਧਾਰਮਿਕ ਥਾਵਾਂ ਤੇ ਜਿੰਨੀ ਆਮਦ ਵਸਤੂਆਂ ਦੀ ਇਸ ਮਹੀਨੇ 'ਚ ਹੁੰਦੀ ਹੈ, ਕਿਸੇ ਮਹੀਨੇ ਨਹੀਂ ਹੁੰਦੀ। ਲੋਕਾਂ ਨੇ ਸੋਚਿਆ ਵੀ ਸਿਰਫ ਮਾਘ ਦੇ ਮਹੀਨੇ ਦਾਨ ਕਰਨਾ, ਅੱਗੋਂ ਪਿੱਛੋਂ ਲੁੱਟਣਾ ਹੈ। ਨਹੀਂ, ਦਾਨ ਕੀ ਹੈ? ਕਿਸ ਚੀਜ਼ ਦਾ ਕਰਨਾ ਹੈ? ਦਾਨ ਦਾ ਅਰਥ ਹੁੰਦਾ ਦੇਣਾ, ਜੋ ਸਾਡਾ ਨਹੀਂ ਹੈ, ਕਿਸੇ ਦੀ ਅਮਾਨਤ ਹੈ। ਭਗਤ ਪ੍ਰਹਿਲਾਦ ਨੇ ਬੜੇ ਪਿਆਰੇ ਬਚਨ ਸੁਣਾਏ। ਕਹਿੰਦੇ ਤੁਸੀਂ ਦਾਨ ਕਰਦੇ ਹੋ, ਆਪਣਾ ਕ੍ਰੋਧ, ਆਪਣਾ ਲੋਭ, ਆਪਣਾ ਮੋਹ ਤੇ ਆਪਣਾ ਹੰਕਾਰ ਛੱਡ ਦਿਓ। ਇਹ ਮੇਰਾ ਨਹੀਂ ਹੈ, ਸਭ ਕੁਝ ਪਰਮਾਤਮਾ ਦਾ ਹੀ ਹੈ। ਜਦੋਂ ਉਹਨਾਂ ਬੱਚਿਆਂ ਨੇ ਸਿੱਖਿਆ ਲੈ ਲਈ ਵੀ ਗੁਰੂ ਧਾਰਨਾ ਕਿਉਂ ਹੈ ਤੇ ਕਿਵੇਂ, ਗੱਲ ਤੇ ਤਾਂ ਬਣਦੀ ਹੈ। ਕੱਲਾ ਗੁਰੂ ਗੁਰੂ ਕਰਿਆ ਥੋੜਾ ਸਵਰਗ ਜਾਈਦਾ, ਕੱਲਾ ਗੁਰੂ ਗੁਰੂ ਕਰਿਆ ਥੋੜਾ ਭਲਾ ਹੁੰਦਾ ਏ। ਇਸੇ ਕਰਕੇ ਸਤਿਗੁਰਾਂ ਨੇ ਕਿਹਾ ਗੁਰ ਬਿਨ ਘੂਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਵਾਲੇ ਬਣਨਾ ਪੈਣਾ ਹੈ, ਸਤਿਗੁਰ ਦੇ ਹੋਣਾ ਪੈਣਾ ਏ। ਜਿੱਦਣ ਉਸ ਰੱਬ ਦੇ ਬਣ ਗਏ ਨਾ, ਗੁਰੂ ਦੇ ਬਣ ਗਏ, ਉਹਨੇ ਫਿਰ ਤੁਹਾਨੂੰ ਆਪਣਾ ਬਣਾ ਲੈਣਾ। ਰਾਖਸ਼ਾਂ ਦੇ ਬੱਚਿਆਂ ਦੇ ਦਿਲ ਦੇ ਵਿੱਚ ਇਹ ਗੱਲ ਆ ਗਈ ਵੀ ਅਸੀਂ ਤੇ ਗੁਰੂ ਬਣਾਈ ਫਿਰਦੇ ਆ ਸੰਡੇ ਤੇ ਮਰਗੇ, ਜੋ ਸ਼ੁਕਰ ਦੇ ਪੁੱਤ ਨੇ। ਇਹ ਸਾਨੂੰ ਕੀ ਸਿਖਾ ਰਹੇ ਆ? ਧਰਮ, ਅਰਥ ਤੇ ਕਾਮ, ਮੁਕਤੀ ਦੀ ਗੱਲ ਹੀ ਕਰਦੇ ਨਹੀਂ। ਆਤਮ ਪੂਰਨ ਜਹੇ ਕਹਿ ਦੇਖੇ, ਨਿਜ ਸਰੂਪ ਕੋ ਲਖੇ ਵਸੇਖੇ। ਉਹਨਾਂ ਬੱਚਿਆਂ ਨੇ ਵੇਖੋ ਗਿਆਨ ਕਿੰਨਾ ਹਾਸਲ ਕਰ ਲਿਆ ਸੰਗਤ ਕਰਕੇ। ਕਹਿੰਦੇ ਜੀ ਗੁਰੂ ਨੂੰ ਪ੍ਰਾਪਤ ਕਰਕੇ ਕੀ ਮਿਲਦਾ ਹੈ? ਭਗਤ ਜੀ ਕਹਿੰਦੇ ਤੁਹਾਡੀ ਆਤਮਾ ਦੇ ਨਾਲ ਮੁਲਾਕਾਤ ਹੁੰਦੀ ਹੈ। ਆਤਮਾ ਸਦਾ ਸ਼ੁੱਧ ਹੈ, ਉਹ 'ਚ ਕੋਈ ਕਮੀ ਨਹੀਂ। ਆਤਮਾ ਨਾ ਸੌਂਦੀ, ਨਾ ਜਾਗਦੀ, ਨਾ ਜੰਮਦੀ, ਨਾ ਮਰਦੀ, ਨਾ ਸੁਖੀ, ਨਾ ਦੁਖੀ। ਇੱਥੇ ਦੇ ਕਈ ਲੋਕਾਂ ਦੀ ਆਤਮਾ ਵੀ ਸੁਖੀ ਦੁਖੀ ਹੁੰਦੀ ਹੈ, ਗੁਣਾਂ ਦੀ ਭਰੀ ਹੈ। ਪਰ ਆਤਮਾ ਤੇ ਪਰਮਾਤਮਾ ਹੈ, ਸੁਖੀ ਦੁਖੀ ਮਨ ਹੋ ਸਕਦਾ ਹੈ, ਆਤਮਾ ਨਹੀਂ। ਇਹ ਤੇ ਆਤਮ ਤੇ ਪਰਮਾਤਮਾ ਦੀ ਮੌਜ ਹੈ। ਭਗਤ ਜੀ ਕਹਿੰਦੇ ਤੁਸੀਂ ਆਤਮਾ ਦੇ ਜਦੋਂ ਨੇੜੇ ਆ ਗਏ, ਤੁਹਾਨੂੰ ਸ਼ਾਂਤੀ ਮਿਲੇਗੀ, ਠੰਡਕ ਮਿਲੇਗੀ। ਫੁੱਲ ਦੇ ਕੋਲ ਜਾਈਏ ਕੀ ਮਿਲਦਾ? ਖੁਸ਼ਬੂ ਮਿਲਦੀ ਹੈ। ਜਿਉਂ-ਜਿਉਂ ਮਨੁੱਖ ਮਨ ਤੋਂ ਦੂਰ ਹੋ ਕੇ ਬਿਰਤੀ ਕਰਕੇ ਆਤਮਾ ਦੇ ਨੇੜੇ ਆਉਂਦਾ ਨਾ, ਆਤਮਾ ਕਿਤੇ ਸੱਤਵੇਂ ਆਕਾਸ਼ ਤੇ ਥੋੜਾ ਬੈਠੀ ਹੈ, ਅੰਦਰ ਆ ਸਾਡੇ। ਆਤਮਾ ਹੀ ਤੇ ਪਰਮਾਤਮਾ, ਉਹੀ ਤੇ ਪਰਮੇਸ਼ਰ ਹੈ। ਕਹਿੰਦੀ ਫਿਰ ਅੰਦਰੋਂ ਸਕੂਨ ਮਿਲਦਾ ਹੈ, ਬੰਦਗੀ ਮਿਲਦੀ ਹੈ। ਪਰ ਇਸ ਆਤਮਾ ਨਾਲ ਮਿਲਾਪ ਕੇਵਲ ਗੁਰੂ ਕਰਾ ਸਕਦਾ ਹੈ। ਸਭ ਤੇ ਇੱਕੋ ਹੀ ਥੋੜਾ ਚੱਲੇਗਾ। ਗੁਰੂ ਨੇ ਹਰ ਇੱਕ ਨੂੰ, ਹਰ ਬੱਚੇ ਨੂੰ ਆਪਣੇ ਤਰੀਕੇ ਨਾਲ ਸਮਝਾਇਆ। ਇੱਕ ਜਮਾਤ ਵਿੱਚ, ਕਲਾਸ ਵਿੱਚ ਅਲੱਗ-ਅਲੱਗ ਬੱਚੇ ਨੇ, ਪਰ ਟੀਚਰ ਨੂੰ ਪਤਾ ਵੀ ਸਭ ਦਾ ਮੈਥਡ ਅਲੱਗ-ਅਲੱਗ ਹੈ। ਕਿਹਨੂੰ ਕਿੰਨੀ ਛੇਤੀ ਯਾਦ ਹੁੰਦਾ ਹੈ, ਕਿਹਨੂੰ ਕਿਹੜੇ ਤਰੀਕੇ ਨਾਲ ਹੁੰਦਾ ਹੈ, ਕੌਣ ਕੀ ਸਿੱਖ ਸਕਦਾ ਹੈ, ਕਿਹਦੀ ਕੈਪੈਸਿਟੀ ਕਿੰਨੀ ਹੈ, ਗੁਰੂ ਵੀ ਜਾਣਦਾ ਹੈ।
ਗੁਰੂ ਉਸੇ ਹਿਸਾਬ ਨਾਲ ਉਪਦੇਸ਼ ਦਿੰਦੇ ਆ। ਆਪਾਂ ਰੋਜ਼ ਸੁਣਦੇ ਆ ਕਥਾ, ਹਰ ਸਿੱਖ ਨੂੰ ਮਰਜ ਉਹਦੇ ਅਲੱਗ ਤਰੀਕੇ ਨਾਲ ਉਪਦੇਸ਼ ਦੇ ਰਹੇ। ਉਹ ਦੇਖਦੇ ਆ ਵੀ ਅਧਿਕਾਰੀ ਕਿਹੋ ਜਿਹਾ। ਹਰ ਭਾਂਡੇ 'ਚ ਹਰੇਕ ਚੀਜ਼ ਨਹੀਂ ਪਾਈ ਜਾ ਸਕਦੀ। ਹੁਣ ਤਾਂਬੇ ਦੇ ਭਾਂਡੇ 'ਚ ਤੁਸੀਂ ਪਾਣੀ ਪੀ ਸਕਦੇ ਹੋ, ਜੇ ਗਰਮ ਚੀਜ਼ ਪੀਓਗੇ ਤੁਹਾਡੇ ਲਈ ਜ਼ਹਿਰ ਬਣ ਜਾਏਗਾ। ਇਹ ਤੇ ਭਾਂਡਾ ਹੀ ਹੈ। ਸ਼ੇਰਨੀ ਦਾ ਦੁੱਧ ਸੋਨੇ ਦੇ ਬਰਤਨ ਵਿੱਚ ਟਿਕਦਾ ਏ, ਕਿਸੇ ਹੋਰ 'ਚ ਪੈਂਦਾ ਨਹੀਂ। ਧਾਰਮਿਕ ਗ੍ਰੰਥ ਮੰਨਦੇ ਆ, ਸ਼ੇਕ ਕਰ ਦੇਗਾ। ਦੁੱਧ ਤੇ ਪ੍ਰੋਡਕਟ ਹੀ ਆ, ਦੁੱਧ ਤੇ ਦੁੱਧ ਹੀ ਆ ਨਾ। ਫਿਰ ਭਾਂਡੇ ਦਾ ਫਰਕ ਹੈ। ਪਿੱਤਲ ਦੇ ਬਰਤਨ ਵਿੱਚ ਕੁਝ ਬਣਾਓਗੇ ਛੇਤੀ ਬਣੇਗਾ, એનર્ਜੀ ਸੇਵਰ ਹੈ ਉਹ ਵੀ ਬਰਤਨ ਹੀ ਹੈ। ਸਟੀਲ ਦੇ ਭਾਂਡੇ 'ਚ ਤੁਸੀਂ ਦਹੀਂ ਨਹੀਂ ਜਮਾ ਸਕਦੇ, ਕੌੜਾ ਹੋ ਜਾਏਗਾ। ਐਲੂਮੀਨੀਅਮ 'ਚ ਚੰਗਾ ਬਣਦਾ ਹੈ। ਗੱਲ ਕਰੀਏ ਭਾਂਡੇ ਦੀ ਹੈ ਨਾ, ਹਰ ਇੱਕ ਚੀਜ਼ ਹਰ ਚੀਜ਼ ਵਿੱਚ ਨਹੀਂ ਬਣ ਸਕਦੀ। ਇਸੇ ਕਰਕੇ ਭਗਤ ਜੀ ਸਮਝਾਉਂਦੇ, ਕਹਿੰਦੇ ਗੁਰੂ ਕੋਲ ਜਾਵਾਂਗੇ, ਗੁਰੂ ਨੇ ਆਪਣੇ ਤਰੀਕੇ ਦੇ ਨਾਲ ਤੈਨੂੰ ਸਮਝਾਉਣਾ ਹੈ ਵੀ ਸਿੱਖਾ ਤੈਨੂੰ ਰੱਬ ਮਿਲੇਗਾ ਕਿਵੇਂ, ਤੂੰ ਆਪਣੇ ਆਪ ਨੂੰ ਤੇ ਮਿਲ। ਕਹਿੰਦੇ ਜੀ ਉਹ ਬੱਚੇ ਐਡੇ ਪ੍ਰਭਾਵਿਤ ਹੋ ਗਏ, ਉਹਨਾਂ ਦਾ ਮਨ ਭਰਿਆ ਹੁੰਦਾ ਹੈ, ਅੱਖ ਭਰੀ ਹੁੰਦੀ ਹੈ। ਭਗਤ ਕਹਿੰਦੇ ਮੈਨੂੰ ਬੜਾ ਸਕੂਨ ਮਿਲਦਾ ਹੈ। ਮੇਰਾ ਪਿਤਾ ਕਹਿੰਦਾ ਮੈਂ ਆਪਣੇ ਪੁੱਤ ਨੂੰ ਮਾਰਨਾ ਹੈ, ਇੱਕ ਪ੍ਰਹਿਲਾਦ ਨੂੰ ਮਾਰੇਗਾ, ਹਜ਼ਾਰਾਂ ਪੈਦਾ ਹੋ ਗਏ। ਆਖੋ ਸਤਿਨਾਮ। ਉਸ ਰਾਹ ਤੇ ਚੱਲ ਪਿਆ। ਇਹਨੂੰ ਕਹਿੰਦੇ ਭਗਤ। ਜਿਹਦੀ ਭਗਤੀ ਦਾ ਪ੍ਰਭਾਵ ਦੇਵਤਿਆਂ ਤੇ ਨਹੀਂ ਰਾਖਸ਼ਾਂ ਤੇ ਵੀ ਪੈ ਗਿਆ ਏ। ਮਨ ਕੀ ਬਿਰਤ ਟਿਕੇ ਸੁਖ ਰਸਾ, ਨਿਸ਼ਚਲ ਹੋਵੇ ਡਿੜ ਅਭਿਆਸ। ਭਗਤ ਜੀ ਕਹਿੰਦੇ ਫਿਰ ਮਨ ਦੀ ਬਿਰਤੀ ਟਿਕਦੀ ਹੈ। ਇੱਥੇ ਜਿਹਨੇ 4 ਕਿਤਾਬਾਂ ਪੜ੍ਹ ਲਈਆਂ ਉਹ ਵੀ ਪੁੱਛਦਾ ਫਿਰਦਾ, ਬਾਬਾ ਜੀ ਇਹ ਦੱਸੋ ਮਨ ਕਿਵੇਂ ਟਿਕਦਾ ਹੈ? ਜਿਹਨੂੰ ਮਰਜੀ ਉਹ ਪਤੰਦਰਾ ਤੂੰ ਮਨ ਟਿਕਾਉਣ ਦੀਆਂ ਗੱਲਾਂ ਕਰਦਾ, ਆ ਵੀ ਸਵਾਲ ਤੇਰਾ ਮਨ ਹੀ ਪੁੱਛ ਰਿਹਾ। ਸਤਿਨਾਮ। ਆ ਜਿਹੜੀ ਤੂੰ ਗੱਲ ਕਰਦਾ ਨਾ ਮਨ ਕਿਵੇਂ ਟਿਕੂਗਾ, ਇਹ ਕਿਹਨੇ ਕੀਤਾ ਸਵਾਲ? ਮਨ ਦੀ ਦੇਣ ਹੈ। ਤੇ ਜੇ ਆਪਣੇ ਬਾਰੇ ਉਹ ਪੁੱਛਦਾ ਕਿੱਡਾ ਸ਼ਾਤਰ ਤੇ ਕਿੰਨਾ ਚਲਾਕ ਹੋਊ ਮਨ। ਬਾਣੀ ਲਿਖਦੀ ਕਬਹੂ ਜੀੜਾ ਊਰ ਚੜ੍ਹਦਾ ਹੈ, ਕਬਹੂ ਜਾਏ ਪਿਆਲੇ। ਇਹ ਤੇ ਚੜ੍ਹਦਾ ਲੱਥਦਾ ਪਲ ਪਲ ਰਹਿੰਦਾ ਏ। ਇਹ ਬਹੁਤ ਸ਼ਾਤਰ ਹੈ। ਮਨ ਨੂੰ ਟਿਕਾਉਣ ਦੀਆਂ ਗੱਲਾਂ ਨਾਲ ਮਨ ਨਹੀਂ ਟਿਕਣਾ। ਮਤ ਭੁਲੇਖਾ ਰੱਖੇ, ਮਤ ਭੁਲੇਖਾ ਰੱਖੇ। ਆ ਟਿਊਬ ਲੱਗੀ ਹੈ, ਸਵਿਚ ਆਨ ਨਾ ਕਰੋ। ਕੋਲ ਬੈਠੇ ਪੁੱਛੀ ਚਲੋ ਇਹ ਕਿਵੇਂ ਜਗਦੀ ਹੈ, ਆਪੇ ਜਗ ਜੂ? ਨਹੀਂ, ਜਗਾਉਣੀ ਪੈਣੀ ਹੈ। ਪੁੱਛੀ ਜਾਈਏ ਮਨ ਕਿਵੇਂ ਟਿਕਦਾ ਹੈ, ਮਨ ਕਿਵੇਂ ਟਿਕਦਾ ਹੈ? ਭਗਤ ਜੀ ਕਹਿੰਦੇ ਮਨ ਟਿਕਾਉਣ ਪਿੱਛੇ ਨਾ ਭੱਜ, ਰੱਬ ਨੂੰ ਮਿਲਣ ਪਿੱਛੇ ਦੌੜ। ਇਹ ਆਪੇ ਉਸੇ ਲਾਈਨ 'ਚ ਚੱਲ ਜੂਗਾ। ਅੱਜ ਦੁਨੀਆ ਦਾ ਜ਼ੋਰ ਲੱਗਾ ਮੈਂ ਮਨ ਟਿਕਾਵਾਂ, ਮਨ ਹੋ ਖਿਆਲ ਕਰਨ ਮੇਰੇ ਵਰਗਾ ਪੈਂਦਾ। ਦੇਖੋ ਚੰਗਾ ਕੰਮ ਹੈ ਬਾਣੀ ਪੜ੍ਹਨੀ, ਦੁਨੀਆ 'ਚ ਇਹ ਤੋਂ ਵੱਡਾ ਤੇ ਚੰਗਾ ਕੰਮ ਹੀ ਕੋਈ ਨਹੀਂ। ਮੈਂ ਕਿਹਾ ਮੈਂ ਅੱਜ ਪਾਠ ਕਰਨਾ ਜਪਜੀ ਸਾਹਿਬ ਦਾ, ਮਨ ਨੂੰ ਕਹਿ ਲਿਆ, ਮਨ ਨੇ ਸੰਕਲਪ ਕੀਤਾ। ਤੇ ਫਿਰ ਮੈਂ ਕਿਹਾ ਵੀ ਅੱਜ ਮੈਂ ਉੱਠਣਾ ਨਹੀਂ, ਇਹਨੂੰ ਟਿਕਾਉਣਾ ਹੈ। ਉਹ ਦੂਜੀ ਤੀਜੀ ਪੌੜੀ ਦੀ ਉਡਾਰੀ ਮਾਰ ਗਿਆ, ਪਤਾ ਹੀ ਨਹੀਂ ਲੱਗਿਆ ਜਪਜੀ ਸਾਹਿਬ ਦੀ ਸਮਾਪਤੀ ਕਦੋਂ ਹੋਈ। ਮਨ ਕਰ ਕੀ ਕੀਤਾ, ਮਨ ਹੀ ਉੱਡ ਗਿਆ। ਹੁਣ ਜੇ ਲਿਆ ਕੇ ਇਹਨੂੰ ਫੜ ਕੇ ਲੈ ਕੇ ਆਈਏ ਨੇ, ਨਹੀਂ ਬਹਿਣਾ। ਬੈਠੇਗਾ ਕਦੋਂ? ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਬਹਿ ਨਹੀਂ ਸਕਦਾ, ਵਸ ਹੋ ਨਹੀਂ ਸਕਦਾ। ਮੈਂ ਕੌਣ ਆਪਣੇ ਆਪ ਨੂੰ ਵਸ ਕਰਨਾ? ਜੇ ਮਨ ਮੇਰੇ ਵਸ ਹੁੰਦਾ ਤੇ ਮੈਨੂੰ ਗੁਰਦੁਆਰੇ ਮੰਦਿਰ ਮਸਜਿਦ ਆਉਣ ਦੀ ਲੋੜ ਕੀ ਹੈ? ਜੇ ਮੇਰਾ ਮਨ ਸਾਫ਼ ਆ ਤੇ ਮੈਨੂੰ ਧਰਮ ਕਮਾਉਣ ਦੀ ਲੋੜ ਕੀ ਹੈ? ਸਤਿਗੁਰ ਕਹਿੰਦੇ ਮਨ ਹੈ ਨਾ ਜਿਹੜਾ, ਇਹਦੇ ਮਗਰ ਨਾ ਲੱਗ। ਮਨ ਪਿੱਛੇ ਲੱਗ ਜਾਓ, ਅੱਜ ਮੈਂ ਇੰਨੇ ਪਾਠ ਕਰਨੇ ਆ, ਅੱਜ ਇਹ ਧੱਕਾ ਕਰੀ ਫਿਰਦਾ, ਕੱਲ ਨੂੰ ਗੁਟਕਾ ਸਾਹਿਬ ਨਹੀਂ ਚੁੱਕਦਾ, ਸੁੱਤਾ ਹੀ ਨਹੀਂ ਉੱਠਦਾ। ਮਨ ਪਿੱਛੇ ਲੱਗੇ ਨਹੀਂ ਲੱਗਣਾ। ਲੱਗਣਾ ਕਿਹਦੇ ਪਿੱਛੇ ਹੈ? ਗੁਰੂ ਪਿੱਛੇ, ਗੁਰੂ ਦੀ ਮੱਤ ਪਿੱਛੇ। ਜਦੋਂ ਗੁਰੂ ਦੀ ਮੱਤ ਨੂੰ ਇੱਥੇ ਰੱਖ ਲਿਆ ਨਾ ਉੱਪਰ, ਤੇ ਮਨ ਭੱਜਿਆ ਜਾਂਦਾ। ਤੇ ਜਦ ਗੁਰੂ ਦੀ ਗੱਲ ਕਰਦੇ ਕਰਦੇ ਆਪਣੇ ਮਨ ਨੂੰ ਉੱਪਰ ਰੱਖ ਲਿਆ ਨਾ, ਫਿਰ ਬੰਦਾ ਦੁਖੀ ਹੈ। ਇੱਥੇ ਸਭ ਤੋਂ ਵੱਧ ਦੁਖੀ ਉਹ ਲੋਕ ਨੇ ਜਿਹੜੇ ਮਨ ਨੂੰ ਟਿਕਾਉਣ ਲਈ ਤੁਰੇ ਫਿਰਦੇ ਆ। ਸਤਿਨਾਮ। ਜਿਹਦੀ ਮਰਜ਼ੀ ਸਪੀਚ ਸੁਣ ਲਓ, ਜਿਹਦਾ ਮਰਜ਼ੀ ਬਚਨ ਸੁਣ ਲਓ, ਉਹ ਤਰੀਕੇ ਦੱਸਦਾ, ਕਹਿੰਦਾ ਮਨ ਏਦਾਂ ਟਿਕੂਗਾ। ਜਿਹੜਾ ਦੱਸਦਾ ਟਿਕਦਾ ਉਹਦਾ ਵੀ ਨਹੀਂ, ਉਹਦਾ ਵੀ ਉਸੇ ਵੇਲੇ ਬਾਹਰ ਹੁੰਦਾ ਹੈ। ਭਗਤ ਜੀ ਨੇ ਸਪਸ਼ਟ ਕਹਿ ਦਿੱਤਾ, ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਮਨ ਉਦਾਸ ਹੋਏਗਾ, ਵੈਰਾਗੀ ਹੋਏਗਾ। ਜਦ ਸਤਿਗੁਰ ਨੇ ਤੈਨੂੰ ਤੇਰੀ ਆਤਮਾ ਦੇ ਨੇੜੇ ਕਰ ਦਿੱਤਾ ਨਾ, ਇਹਨੇ ਆਪੇ ਟਿਕ ਜਾਣਾ। ਬੱਚਾ ਛੋਟਾ ਜਿਹਾ ਮਾਂ ਦੀ ਗੋਦ ਵਿੱਚ ਆਏ, ਉਹਨੂੰ ਕਹਿਣਾ ਪੈਂਦਾ ਸੌਂ ਜਾ, ਬੈਠਾ ਬੈਠਾ ਹੀ ਸੌਂ ਜਾਂਦਾ। ਜਦ ਇਹ ਮਨ
ਆਤਮਾ ਦੇ ਕਰੀਬ ਆ ਗਿਆ ਨਾ, ਇਹਨੇ ਆਪਣੇ ਆਪ ਉਸ ਆਗੋਸ਼ ਵਿੱਚ ਸੌਂ ਜਾਣਾ ਹੈ। ਭੌਰਾ ਫੁੱਲ ਕੋਲੇ ਜਾਂਦਾ ਹੈ, ਬੈਠਾ ਬੈਠਾ ਆਪਾ ਖੋ ਜਾਂਦਾ ਹੈ। ਪਤੰਗਾ ਆਪਣੇ ਆਪ ਉੱਡਿਆ ਜਾਂਦਾ ਅੱਗ ਵਾਲੇ ਪਾਸੇ, ਪ੍ਰਕਾਸ਼ ਵਾਲੇ ਪਾਸੇ। ਕਹਿੰਦੇ ਮਨ ਨੂੰ ਕਹਿਣ ਦੀ ਲੋੜ ਨਹੀਂ, ਤੂੰ ਚੰਗਾ ਕਰਮ ਕਰਨ ਦਾ ਵਿਚਾਰ ਪੈਦਾ ਕਰ, ਕੱਲਾ ਵਿਚਾਰ ਨਾ ਰੱਖ, ਅਮਲ ਕਰਨਾ ਸ਼ੁਰੂ ਕਰ। ਮੇਰੇ ਗੁਰੂ ਨੇ ਕਿਹਾ ਬਾਣੀ ਪੜ੍ਹਨੀ ਮੈਂ ਪੜ੍ਹਨੀ ਹੈ, ਜੁੜੇ ਨਾ ਜੁੜੇ ਉਹਦੀ ਮਰਜ਼ੀ ਹੈ। ਜੋੜਨਾ ਉਹਨੇ ਹੈ। ਮੈਂ ਕੌਣ ਹੁੰਦਾ ਪਾਠ 'ਚ ਮਨ ਜੋੜਨ ਵਾਲਾ ਆਪਣਾ? ਮੈਂ ਕੌਣ ਆ ਸਿਮਰਨ 'ਚ ਮਨ ਜੋੜਨ ਵਾਲਾ? ਤੂੰ ਗੁਰੂ ਦੀ ਕਿਰਪਾ ਨਾਲ, ਗੁਰੂ ਦਾ ਹੁਕਮ ਮੰਨ ਕੇ ਬੈਠ। ਵੀ ਸਤਿਗੁਰੂ ਕਹਿੰਦੇ 2.5 ਘੰਟੇ ਸਿਮਰਨ ਕਰਨਾ ਹੈ, ਬਹਿ ਜਾ ਗੁਣਾ ਲੱਗੇ। ਜਿਹਦਾ ਸਿਮਰਨ ਕਰੇਗਾ ਉਹ ਆਪੇ ਹੀ ਟਿਕਾਏਗਾ। ਆਖੋ ਸਤਿਨਾਮ, ਆਪ ਕਿਰਪਾ ਕਰੇਗਾ। ਆਹ ਵਿਧੀ ਦੱਸੀ ਆ ਭਗਤ ਪ੍ਰਹਿਲਾਦ ਜੀ ਨੇ ਬੱਚਿਆਂ। ਕਹਿੰਦੀ ਉਹਨਾਂ ਨੇ ਇਹ ਗੱਲ ਕੈਚ ਕਰ ਲਈ। ਉਮਰਾਂ ਛੋਟੀਆਂ ਨੇ, ਗਿਆਨ ਬਹੁਤ ਵੱਡਾ ਏ। ਦੈਂਤ ਪੁੱਤਰ ਸੁਣ ਗਿਰਾ ਉਚਾਰੀ, ਹਮੇ ਬਤਾਏ ਬਾਤ ਇਹ ਸਾਰੀ। ਹੁਣ ਸੰਡੇ ਤੇ ਮਰ ਕੇ ਜਿਹੜੇ 2 ਰਾਖਸ਼ ਨੇ, ਪੜਾਉਂਦੇ ਆ ਭਗਤ ਜੀ ਦੇ ਉਸਤਾਦ ਨੇ, ਕਹਿੰਦੇ ਉਹਨਾਂ ਦੇ ਦੋਨੇ ਪੁੱਤਰ ਉੱਠ ਪਏ, ਉਹ ਵੀ ਵਿੱਚ ਬੈਠੇ। ਖੇਡਣ ਨੂੰ ਭੇਜੇ ਕੋਲੇ ਵੀ, ਚੱਲ ਪ੍ਰਹਿਲਾਦ ਇਹਨਾਂ ਵਰਗਾ ਬਣ ਜੇ, ਵਿਗੜ ਜੇ। ਪਰ ਵਿਗੜਨਾ ਬੁਗੜਨਾ ਕੀ ਸੀ, ਉਹ ਪ੍ਰਹਿਲਾਦ ਵਰਗੇ ਹੋ ਗਏ। ਬੱਚੇ ਤੇ ਬੱਚੇ ਆ ਜੀ। ਉਹ ਭਗਤ ਪ੍ਰਹਿਲਾਦ ਨੂੰ ਪੁੱਛਦੇ ਆ, ਕਹਿੰਦੇ ਇੰਨਾ ਸੋਹਣਾ ਗਿਆਨ ਜਿਹਨੂੰ ਸੁਣਿਆ ਹੀ ਆਨੰਦ ਆਉਂਦਾ ਹੈ, ਕਿੱਥੋਂ ਲਿਆ ਤੁਸੀਂ? ਸੋਚੋ ਵੀ ਉਮਰਾਂ ਛੋਟੀਆਂ ਤੇ ਸੋਝੀ ਕਿੱਡੀ ਵੱਡੀ ਹੋਣੀ ਹੈ। ਭਗਤ ਨੂੰ ਪੁੱਛਦੇ ਆ ਪ੍ਰਹਿਲਾਦ ਜੀ, ਇਹ ਗਿਆਨ ਤੁਸੀਂ ਕਿੱਥੋਂ ਪ੍ਰਾਪਤ ਕੀਤਾ ਏ? ਅਸ ਤੁਮ ਗਿਆਨ ਕਹਾਂ ਤੇ ਪਾਵਾ, ਸਰਬਹਿ ਸਾਰ ਅਸਾਰ ਲਖਾਵਾ। ਪੁੱਛਿਆ ਕਿਉਂ? ਕਹਿੰਦੇ ਜੀ ਤੁਹਾਡੇ ਕੋਲ ਤੱਤ ਸਿਧਾਂਤ ਹੈ, ਤੁਸੀਂ ਸੱਤ ਤੇ ਅਸੱਤ ਨੂੰ ਜਾਣਦੇ ਹੋ, ਸੱਚ ਤੇ ਝੂਠ ਨੂੰ ਜਾਣਦੇ ਹੋ। ਐਡੀ ਛੋਟੀ ਉਮਰ 'ਚ ਇਹ ਗਿਆਨ ਆਉਂਦਾ। ਗਿਆਨ ਕੀ ਹੈ ਸਾਨੂੰ ਪਤਾ ਹੈ। ਸੜਕਾਂ ਤੇ ਲਿਖਿਆ ਹਮੇਸ਼ਾ ਖੱਬੇ ਹੱਥ ਚੱਲੋ, ਗਿਆਨ ਆ। ਤੇ ਆਪਾਂ ਚੱਲਾਂਗੇ ਸੱਜੇ ਹੱਥ, ਕੀ ਹੋਊਗਾ? ਕਹਿਣ ਦੀ ਲੋੜ ਨਹੀਂ ਹੈ। ਉਹ ਗਿਆਨ ਸੀ ਦੁਨਿਆਵੀ। ਆਹ ਕੰਮ ਕਰੋਗੇ ਏਦਾਂ ਰਹੋਗੇ, ਕਾਨੂੰਨ ਦੇ ਦਾਇਰੇ ਵਿੱਚ ਰਹੋ, ਗਿਆਨ ਹੈ। ਪਰ ਧੱਜੀਆਂ ਡਾਂਗੇ ਤੇ ਫਿਰ ਕੀ ਹੋਇਆ? ਪਰ ਉਹ ਕਹਿੰਦੇ ਜੀ ਤੁਹਾਨੂੰ ਇਹ ਗਿਆਨ ਮਿਲਿਆ ਕਿੱਥੋਂ? ਐਡਾ ਕੀਮਤੀ ਗਿਆਨ। ਤੁਹਾਨੂੰ ਇਹ ਵੀ ਪਤਾ ਹੈ ਵੀ ਬੰਦਗੀ ਤੋਂ ਬਿਨਾਂ ਜੀਵਨ ਬੇਅਰਥ ਹੈ। ਰਾਜ ਭਾਗ ਸੁਖ, ਤੁਸੀਂ ਰਾਜ ਪੁੱਤਰ ਹੋ। ਹਿਰਨ ਕਸ਼ਪ 3 ਲੋਕਾਂ ਤੇ ਰਾਜ ਕਰ ਰਹੇ ਆ, ਸਵਰਗ ਲੋਕ, ਨਰਕ ਲੋਕ, ਮਾਤ ਲੋਕ, ਪਤਾਲ, ਇਹ 3 ਦੀ ਉਹਦਾ ਰਾਜ ਹੈ। ਪਰ ਇੱਕ ਰਾਜੇ ਦਾ ਪੁੱਤ ਹੋ ਕੇ ਐਡਾ ਗਿਆਨੀ ਹੋਵੇ, ਐਡਾ ਸੁਲਝਿਆ ਹੋਵੇ, ਸਭ ਕੁਝ ਕੋਲ ਹੁੰਦਿਆਂ ਵੀ ਉਹ ਸੁੱਖ ਨਹੀਂ ਅਪਣਾ ਰਿਹਾ। ਰਾਜਪੁੱਤਰ ਨੇ ਜੀ, ਉਹ ਕਹਿ ਸਕਦੇ ਸੀ ਮੈਂ ਗੱਦੀ ਤੇ ਬਹਿ ਸਕਦਾ, ਮੈਂ ਰੱਥਾਂ ਵਿੱਚ ਘੁੰਮ ਸਕਦਾ, ਮੈਨੂੰ ਕੀ, ਮੈਂ ਆਪਣੇ ਬਾਪੂ ਨਾਲ ਜ਼ਰੂਰੀ ਪੰਗਾ ਲੈਣਾ? ਨਹੀਂ। ਗਿਆਨ ਕਹਿੰਦਾ ਸੀ ਵੀ ਇਹ ਨਰਕ ਹੈ, ਸੁੱਖ ਨਹੀਂ ਨੇ, ਦੁੱਖਾਂ ਦਾ ਕਾਰਨ ਹੈ। ਹਮ ਤੁਮ ਪੜਤ ਗੁਰੂ ਇੱਕ ਪਾਹੀ, ਅਪਰ ਨਿਕਟ ਗਮ ਨੇ ਕਬ ਨਾਹੀ। ਭਗਤ ਪ੍ਰਹਿਲਾਦ ਜੀ ਨੇ ਇਸ ਗੱਲ ਦਾ ਜਵਾਬ ਨਾ ਦਿੱਤਾ ਤੇ ਬੱਚਿਆਂ ਨੇ ਦੂਜਾ ਫਿਰ ਸਵਾਲ ਕਰਤਾ। ਕਹਿੰਦੇ ਜੀ ਅਸੀਂ ਤੇ ਤਾਂ ਪੁੱਛਿਆ ਵੀ ਤੁਹਾਡਾ ਸਾਡਾ ਗੁਰੂ ਇੱਕੋ ਹੀ ਹੈ। ਤੁਸੀਂ ਵੀ ਸੰਡਾ ਮਰਕਾ ਕੋਲ ਪੜ੍ਹਦੇ ਹੋ, ਅਸੀਂ ਵੀ ਪੜ੍ਹਦੇ ਹਾਂ। ਤੁਸੀਂ ਸਾਰਾ ਦਿਨ ਤੇ ਜੇਲ੍ਹ 'ਚ ਰਹਿੰਦੇ ਹੋ, ਬੰਦ ਕੀਤੇ ਹੁੰਦੇ ਹੋ। ਜੇ ਤੁਹਾਨੂੰ ਸਮਾਂ ਮਿਲਦਾ ਸਾਡੇ ਨਾਲ ਖੇਡਣ ਦਾ ਮਿਲਦਾ ਹੈ, ਅਸੀਂ ਤੇ ਇਹ ਹੈਰਾਨ ਆ ਵੀ ਇੰਨੀ ਛੋਟੀ ਉਮਰ ਵਿੱਚ ਤੁਸੀਂ ਕਿਹੜੇ ਗੁਰੂ ਕੋਲੋਂ ਗਿਆਨ ਸਿੱਖ ਕੇ ਆਏ ਹੋ? ਆਖੋ ਸਤਿਨਾਮ। ਆਹ ਸਵਾਲ ਕੋਈ ਛੋਟਾ ਨਹੀਂ ਹੈ। ਇਹਦੇ ਪਿੱਛੇ ਭਗਤ ਜੀ ਨੇ ਆਪਣੇ ਜੀਵਨ ਦੀ ਕਥਾ ਸੁਣਾਉਣੀ ਹੈ, ਇਸ ਜਨਮ ਤੋਂ ਪਹਿਲਾਂ ਦੀ। ਸਵਾਲ ਕਰਤਾ ਉਹਨੇ ਵੀ ਏਡਾ ਗਿਆਨ ਤੁਸੀਂ ਕਿੱਥੋਂ ਲੈ ਆਏ? ਬੈਠੇ ਤੇ ਸਾਰਾ ਦਿਨ ਸਾਡੇ ਨਾਲ ਰਹਿੰਦੇ, ਸਾਡੇ ਸਾਹਮਣੇ ਤੁਹਾਨੂੰ ਬੇੜੀਆਂ ਲੱਗਦੀਆਂ ਨੇ, ਹੱਥ ਬੰਨੇ ਜਾਂਦੇ ਆ, ਭੁੱਖੇ ਪਿਆਸੇ ਹਨੇਰੇ 'ਚ ਰੱਖਿਆ ਜਾਂਦਾ ਏ। ਕਿਸ ਗੁਰੂ ਨੇ, ਕਿਸ ਗਿਆਨੀ ਨੇ ਤੁਹਾਨੂੰ ਇਹ ਸਮਝ ਸਿਖਾਈ ਹੈ? ਔਰ ਨਾ ਕੋ ਆਵੇ ਇਹ ਥਾਨਾ, ਕਬਹੁ ਨਹੀਂ ਸਤ ਸੰਗ ਮਿਲਾਨਾ। ਕੋਈ ਤੁਹਾਡੇ ਕੋਲ ਆਉਂਦਾ ਨਹੀਂ, ਤੁਹਾਡੇ ਮਾਤਾ ਵੀ ਮਿਲਣ ਨਹੀਂ ਆਉਂਦੇ। ਪ੍ਰਹਿਲਾਦ ਜੀ ਤੁਹਾਡੇ 3 ਭਰਾ ਨੇ, ਕੋਈ ਮਿਲਦਾ ਨਹੀਂ ਵੇਖਿਆ। ਇੱਕ ਤੁਹਾਡੀ ਵੱਡੀ ਭੈਣ ਹੈ, ਕਦੇ ਮਿਲਦੇ ਤੁਹਾਨੂੰ ਨਹੀਂ ਵੇਖਿਆ। ਪਿਤਾ ਤੁਹਾਡਾ ਕਦੇ ਤੁਹਾਡੇ ਕੋਲ ਨਹੀਂ ਆਇਆ, ਗੁਰੂ ਤੁਹਾਡਾ ਕੋਲੇ ਤੁਹਾਡੇ ਕੋਲ ਨਹੀਂ ਬੈਠਾ,
ਤੁਸੀਂ ਕਦੇ ਸਤਸੰਗ ਨਹੀਂ ਕੀਤੀ, ਕਿੱਥੋਂ ਸਿੱਖਾ ਏਡਾ ਗਿਆਨ? ਹੈਰਾਨ ਸੀ, ਅਚੰਭੇ ਨਾਲ ਪੁੱਛਦੇ ਆ। ਕਹਿੰਦੇ ਅਸੀਂ ਇਹ ਜਾਣਨਾ ਚਾਹੁੰਦੇ ਆ ਵੀ ਤੁਹਾਡੇ ਇਸ ਗਿਆਨ ਦੇ ਪਰਦੇ ਪਿੱਛੇ ਕੌਣ ਹੈ? ਜੇ ਤੁਸੀਂ ਕੁਝ ਬਣੇ ਹੋ ਨਾ, ਉਹਦੇ ਪਿੱਛੇ ਨਾ ਤੁਹਾਡੇ ਨਹੀਂ, ਤੁਹਾਡੇ ਕਿਸੇ ਵੱਡੇ ਦਾ ਹੱਥ ਹੈ। ਤੁਸੀਂ ਕੋਈ ਤਰੱਕੀ ਕਰ ਰਹੇ ਹੋ, ਕੋਰਸ ਕੀਤਾ ਹੈ, ਕੁਛ ਵੀ ਬਣ ਗਏ, ਕਿਸੇ ਸਟੇਜ ਤੇ ਵੀ ਪਹੁੰਚੇ ਹੋ ਨਾ, ਉਹਦਾ ਕੋਈ ਨਾ ਕੋਈ ਕਾਰਨ ਹੈ। ਕਿਸੇ ਨੇ ਤੁਹਾਨੂੰ ਉਸ ਪਾਸੇ ਪਾਇਆ, ਕਿਸੇ ਨੇ ਤੁਹਾਡੇ ਅੰਦਰ ਇੰਟਰਸਟ ਜਗਾਇਆ, ਤੂੰ ਆਹ ਛੱਡ ਆਹ ਕਰ ਲਿਆ ਕਰ। ਹੁਣ ਤੁਸੀਂ ਗੁਰੂ ਘਰ ਨਾਲ ਜੁੜੇ ਹੋ, ਸੋਚੋ। ਬੜੇ ਲੋਕ ਇੱਦਾਂ ਦੇ ਜਿਹੜੇ ਗੁਰਦੁਆਰੇ ਨਹੀਂ ਸੀ ਆਉਂਦੇ, ਸਿੱਖੀ ਨੂੰ ਨਹੀਂ ਸੀ ਮੰਨਦੇ, ਕੋਈ ਕਾਰਨ ਸੀ। ਕਿਸੇ ਦੇ ਕਾਰਨ ਮਾਂ-ਬਾਪ ਸੀ, ਕਿਸੇ ਦਾ ਕਾਰਨ ਕੋਈ ਗਵਾਂਢੀ ਬਣ ਗਿਆ, ਕਿਸੇ ਦੇ ਰਿਸ਼ਤੇਦਾਰ ਨੇ ਇਹੋ ਜਿਹੀ ਗੱਲ ਕਹਿਤੀ ਜੁੜ ਗਿਆ, ਕੋਈ ਇੰਨਾ ਦੁਖੀ ਹੋ ਗਿਆ ਗੁਰੂ ਘਰ ਨਾਲ ਜੁੜ ਗਿਆ। ਮਤਲਬ ਕੋਈ ਕਾਰਨ ਆ ਨਾ ਪਿੱਛੇ। ਕਿਸੇ ਨੇ ਤਾਂ ਤੁਹਾਨੂੰ ਸੇਧ ਦਿੱਤੀ ਆ ਨਾ ਵੀ ਸਤਸੰਗ ਜਾਇਆ ਕਰ, ਗੁਰੂ ਘਰ ਜਾਇਆ ਕਰ, ਸੇਵਾ ਕਰਿਆ ਕਰ, ਸਿਮਰਨ ਕਰਿਆ ਕਰ, ਰਾਮ ਰਾਮ ਜਪਿਆ ਕਰ। ਕੋਈ ਤੇ ਹੈ। ਭਗਤ ਜੀ ਕਹਿੰਦੇ ਆ ਗੁਰੂ ਨਾਨਕ ਪਾਤਸ਼ਾਹ ਮੈਨੂੰ ਸਵਾਲ ਕੀਤਾ ਉਹਨਾਂ ਨੇ ਵੀ ਕੌਣ ਹੈ ਐਸਾ ਜਿਹਨੇ ਤੈਨੂੰ ਸਤਸੰਗ ਸਿਖਾਈ ਹੈ? ਔਰ ਨਾ ਆਇਓ ਤੂੰ ਨਹੀਂ ਗਇਓ, ਐਸੋ ਗਿਆਨ ਕਹਾਂ ਤੇ ਭਇਓ। ਪਰ ਬੱਚਿਆਂ ਦੇ ਸਵਾਲ ਇੱਕ ਨਹੀਂ, ਸਾਰਿਆਂ ਦੇ ਨੇ। ਕਹਿੰਦੇ ਤੁਸੀਂ ਕਦੇ ਇਸ ਜੇਲ੍ਹ ਤੋਂ ਬਾਹਰ ਨਹੀਂ ਗਏ, ਤੁਸੀਂ ਨਹੀਂ ਗਏ, ਤੇ ਅਸੀਂ ਤੁਹਾਡੇ ਕੋਲ ਕਿਸੇ ਨੂੰ ਆਉਂਦੇ ਨਹੀਂ ਵੇਖੇ। ਇਹ ਗਿਆਨ ਮਿਲਿਆ ਕਿਵੇਂ, ਕਿੱਥੋਂ ਮਿਲਿਆ, ਕਿਹਨੇ ਦਿੱਤਾ? ਇੱਕ ਸਵਾਲ ਚੋਂ ਤਿੰਨ ਪੈਦਾ ਹੋ ਗਏ ਨਾ ਸਵਾਲ। ਉਹ ਕਹਿੰਦੇ ਜਦੋਂ ਤੱਕ ਤੁਸੀਂ ਸਾਨੂੰ ਇਸ ਗੱਲ ਦਾ ਜਵਾਬ ਨਹੀਂ ਦਿੰਦੇ, ਭਗਤ ਜੀ ਸਾਨੂੰ ਕਿਵੇਂ ਪਤਾ ਲੱਗੂ ਵੀ ਤੁਸੀਂ ਸਤਸੰਗ ਕੀਤਾ ਹੈ, ਗੁਰੂ ਵਾਲੇ ਬਣ ਗਏ? ਕਿਹੜਾ ਗੁਰੂ ਸੀ ਉਹ ਜਿਹਨੇ ਤੁਹਾਨੂੰ ਐਡਾ ਉੱਚਾ ਤੇ ਮਹਾਨ ਗਿਆਨ ਦਿੱਤਾ ਵੀ ਜੀਵਨ ਰੱਬ ਤੋਂ ਬਿਨਾਂ ਨਰਕ ਹੈ, ਕੱਖ ਵੀ ਨਹੀਂ। ਆ ਜਿਹੜੇ ਸੁੱਖ ਸਾਡੇ ਕੋਲ ਨੇ ਤੇ ਪਸ਼ੂ ਪੰਛੀਆਂ ਕੋਲ ਵੀ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰਾ ਕੁਝ ਹੀ ਉਹਨਾਂ 'ਚ, ਸਭ ਕੁਝ ਹੈ। ਭਗਤੀ ਨਹੀਂ ਹੈ ਕਿਸੇ ਕੋਲ। ਭਗਤ ਜੀ ਕਹਿੰਦੇ ਮੈਂ ਨੇਤਰ ਬੰਦ ਕੀਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਵੀ ਐਡੇ ਪਿਆਰ ਭਰੇ ਸਵਾਲ, ਇੰਨੇ ਗਹਿਰੇ ਸਵਾਲ ਕੋਈ ਪੁੱਛ ਸਕਦਾ ਹੈ ਜਿਹੜਾ ਅੰਦਰੋਂ ਗਿਆਨੀ ਬਣ ਗਿਆ ਹੋਵੇ, ਜਿਹਦਾ ਹਿਰਦਾ ਅੰਦਰੋਂ ਟਿਕਿਆ ਹੋਵੇ। ਇਹ ਸੰਸਾਰ ਔਰ ਦੇਹੋ ਮਿਟਾਈ, ਤਿੰਨ ਤੇ ਸੁਣ ਮੈਂ ਗਿਰ ਅਲਾਈ। ਪ੍ਰਹਿਲਾਦ ਕਹਿੰਦੇ ਆ ਗੱਲ ਕਹਿ ਕੇ ਉਹਨਾਂ ਨੇ ਸਾਨੂੰ ਕਹਿ ਦਿੱਤਾ ਵੀ ਸਾਡੇ ਮਨ ਵਿੱਚ ਇਹ ਸੰਸਾ ਏ, ਸ਼ੰਕਾ ਏ, ਜੇ ਤੁਸੀਂ ਨਿਵਰਤ ਨਹੀਂ ਕਰੋਗੇ ਤੇ ਸਾਡੇ ਮਨ 'ਚ ਦੁਬਿਧਾ ਕਿਵੇਂ ਜਾਏਗੀ ਵੀ ਜਿੱਥੋਂ ਤੱਕ ਸਾਡੀ ਪਹੁੰਚ ਆ, ਅਸੀਂ ਤੁਹਾਨੂੰ ਕਿਤੇ ਜੇਲ੍ਹ ਤੋਂ ਬਾਹਰ ਜਾਂਦੇ ਨਹੀਂ ਵੇਖਿਆ, ਪਰਿਵਾਰ ਦਾ ਮੈਂਬਰ ਤੁਹਾਨੂੰ ਨਹੀਂ ਮਿਲਦਾ, ਕੋਈ ਸਿਫਤ ਸਲਾਰ ਨਹੀਂ ਮਿਲਦਾ, ਨਰਕ ਭਰੀ ਜ਼ਿੰਦਗੀ ਤੁਸੀਂ ਇੱਥੇ ਬਤੀਤ ਕਰ ਰਹੇ ਹੋ, ਤੁਹਾਡਾ ਸਾਡਾ ਟੀਚਰ ਉਸਤਾਦ ਗੁਰੂ ਇੱਕੋ ਹੀ ਹੈ। ਫਿਰ ਇੰਨਾ ਪਵਿੱਤਰ ਗਿਆਨ ਕਿਵੇਂ ਆ ਗਿਆ ਇੰਨੀ ਛੋਟੀ ਉਮਰੇ? ਸੋ ਸਮਾਂ ਸਮਾਪਤ ਹੈ, ਕਿਉਂਕਿ ਅੱਜ ਮਾਘ ਮਹੀਨੇ ਦੀ ਸੰਗਰਾਮ ਦਾ ਦਿਹਾੜਾ ਹੈ। ਭਗਤ ਪ੍ਰਹਿਲਾਦ ਉਹ ਆਪਣੀ ਹੁਣ ਜ਼ਿੰਦਗੀ ਦੀ ਵਾਰਤਾ ਦੱਸਣ ਲੱਗੇ ਨੇ ਵੀ ਮੈਨੂੰ ਇਹ ਭਗਤੀ ਮਿਲੀ ਕਿੱਥੋਂ ਹੈ। ਵੇਖੋ ਕਿੰਨੇ ਸੋਹਣੇ ਸੋਹਣੇ ਸਵਾਲ ਆ ਰਹੇ ਆ। ਭਗਤ ਪ੍ਰਹਿਲਾਦ ਜੀ ਦਾ ਜੀਵਨ ਅੱਜ ਤੋਂ ਪਹਿਲਾਂ ਕਦੇ ਆਪ ਜੀ ਨੇ ਇੰਨੇ ਵਿਸਥਾਰ ਨਾਲ ਸੁਣਿਆ ਕਿ ਗੁਰੂ ਨਾਨਕ ਸਾਹਿਬ ਦੀ ਕਿਰਪਾ, ਸਤਿਗੁਰ ਦੀ ਦਇਆ ਹੈ। ਆਉਣ ਵਾਲੇ ਦਿਨਾਂ 'ਚ ਭਗਤ ਧਰੂ ਜੀ ਦੇ ਬਾਰੇ ਵੀ ਬਹੁਤ ਕੁਝ ਸੁਣਨ ਲਈ, ਸਮਝਣ ਲਈ ਪ੍ਰਾਪਤ ਹੋਏ। ਹੁਣ ਭਗਤਾਂ ਦਾ ਜੀਵਨ ਕਿੱਥੋਂ ਚੱਲਿਆ ਸੀ ਸਾਰਾ ਸੁਣਿਆ। ਉਹਨਾਂ ਦੇ ਪਿਤਾ ਨੇ ਤਪ ਕਿਉਂ ਕੀਤਾ? ਕਿਉਂਕਿ ਉਹਦੇ ਚਾਚੇ ਨੂੰ ਵੀ ਕਿਸੇ ਨੇ ਮਾਰਿਆ। ਭਗਤ ਪ੍ਰਹਿਲਾਦ ਦੇ ਚਾਚੇ ਦੀ ਮੌਤ ਹੋਈ, ਪਿਤਾ ਨੇ ਭਰਾ ਦਾ ਬਦਲਾ ਲੈਣ ਵਾਸਤੇ ਤਪ ਕੀਤਾ। ਬ੍ਰਹਮਾ ਜੀ ਆਏ ਫਿਰ ਵੀ ਇਹਦਾ ਤਪ ਬਹੁਤ ਵੱਡਾ ਹੋ ਗਿਆ, ਕਿਤੇ ਦੁਨੀਆ ਤੇ ਰਾਜ ਨਾ ਕਰੇ, ਪਰ ਉਹਨੇ ਮੰਗ ਸਾਰਾ ਕੁਛ ਹੀ ਲਿਆ। ਫਿਰ ਉਹਨੂੰ ਮਾਰਨ ਦਾ ਚੱਕਰ ਪੈ ਗਿਆ, ਮਾਰੀਏ ਕਿਉਂ? ਜਦੋਂ ਪਿਤਾ ਨੂੰ ਪਤਾ ਲੱਗਿਆ ਵੀ ਮੇਰੇ ਘਰ ਜੰਮਿਆ ਪੁੱਤ ਆਹ ਕੁਝ ਕਰਦਾ ਹੈ, ਭਗਤੀ ਕਰਦਾ ਹੈ, ਉਹ ਕਹਿੰਦਾ ਪਹਿਲਾਂ ਇਹਨੂੰ ਗੱਡੀ ਚਾੜੋ। ਕਿੰਨਾ ਕੁਛ ਆ ਰਿਹਾ। ਬੜਾ ਸੌਖਾ ਕਹਿ ਦਈਦਾ ਜੀ ਭਗਤ ਪ੍ਰਹਿਲਾਦ ਵਰਗਾ ਕੋਈ ਨਹੀਂ, ਧਰੂ ਵਰਗਾ ਕੋਈ ਨਹੀਂ। ਮੈਂ ਕਹਿੰਦਾ ਉਹਨਾਂ ਦੀ ਕਾਮਯਾਬੀ ਪਿੱਛੇ, ਤਰੱਕੀ ਪਿੱਛੇ ਛੁਪੇ ਹਨੇਰੇ ਵੀ ਤੇ ਵੇਖੀ। ਕਿੰਨੇ ਦੁੱਖ ਚੱਲੇ ਆ, ਮੁਸੀਬਤਾਂ ਚੱਲੀਆਂ ਨੇ। ਹਰ ਬੰਦੇ ਦੀ ਜ਼ਿੰਦਗੀ ਦੀ ਤਰੱਕੀ ਪਿੱਛੇ ਬੜਾ ਹਨੇਰਾ ਛੁਪਿਆ ਹੁੰਦਾ ਹੈ। ਉਹਨੇ ਭੁੱਖੇ ਪਿਆਸੇ ਰਹਿ ਕੇ ਕਿਵੇਂ ਟਾਈਮ ਕੱਟਿਆ ਹੁੰਦਾ ਹੈ। ਚਮਕ ਦਮਕ ਜ਼ਮਾਨੇ ਨੂੰ ਦਿਸਦੀ ਹੈ। ਜਿੰਨੇ ਵੀ ਭਗਤਾਂ ਦੀ ਆਪਾਂ ਬਾਣੀ ਪੜ੍ਹਦੇ ਹਾਂ, ਸਭ ਦੇ ਜੀਵਨ ਵਿੱਚ ਏਦਾਂ ਵਾਧਾਂ ਘਾਟਾਂ ਆਈਆਂ, ਝੱਲੀਆਂ, ਜਰੀਆਂ, ਪਰ ਉਹਨਾਂ ਨੇ ਕਦੇ ਨਹੀਂ ਦੱਸਿਆ ਵੀ ਮੈਂ ਦੁਖੀ ਸੀ।
ਸ਼ੁਕਰਗੁਜ਼ਾਰ ਸਾਂ। ਸੋ ਅੱਜ ਦਾ ਇਹ ਜਿਹੜਾ ਦਿਨ ਬੜਾ ਮਹਾਨ ਦਿਨ ਹੈ। ਮੁਕਤਸਰ ਸਾਹਿਬ ਦੀ ਧਰਤੀ ਤੇ 40 ਮੁਕਤਿਆਂ ਨੇ ਸ਼ਹਾਦਤ ਦਾ ਜਾਮ ਕੀਤਾ ਹੈ ਤੇ ਇਹ ਦਿਨ ਗੁਰੂ ਕਲਗੀਧਰ ਜੀ ਤੋਂ ਬਾਹਰ ਨਹੀਂ ਹੈ। ਅਸੀਂ ਬੇਸ਼ੱਕ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਰਹੇ, ਬੇਸ਼ੱਕ ਹੈਪੀ ਲੋਹੜੀ ਵੀ ਕਹਿੰਦੇ ਰਹੇ, ਆਪਾਂ ਕੌਣ ਆ? ਅਹਿਸਾਨ ਫਰਾਮੋਸ਼ ਕੌੜਾ ਸੱਚਾ ਹੈ। ਪੋਹ ਦਾ ਮਹੀਨਾ ਕੱਲ ਹੀ ਖਤਮ ਹੋਇਆ ਨਾ। ਸਰਹੰਦ ਦੀਆਂ ਨੀਹਾਂ ਤੇ ਸਭ ਨੂੰ ਚੇਤੇ ਨੇ ਕੀ ਗੁਰੂ ਕਲਗੀਧਰ ਪਾਤਸ਼ਾਹ ਉੱਤੇ ਭੀੜਾਂ ਬੰਦ ਹੋ ਗਈਆਂ ਸੀ। ਆ ਮੁਕਤਸਰ ਸਾਹਿਬ ਦਾ ਜੰਗ ਯੁੱਧ ਇਹ ਵੀ ਉਸੇ ਹੀ ਪਰਿਵਾਰ ਦਾ ਹਿੱਸਾ ਏ। ਚਮਕੌਰ ਦੇ ਯੁੱਧ ਤੋਂ ਬਾਅਦ ਆ ਯੁੱਧ ਤੱਕ ਗੁਰੂ ਕਲਗੀਧਰ ਜੀ ਦੇ ਨਾਲ ਪਿੱਛੇ ਪਿੱਛੇ ਫੌਜਾਂ ਸੂਹਾਂ ਲੰਮੀਆਂ ਫਿਰਦੀਆਂ ਸੀ। ਛੋਟੀਆਂ ਵੱਡੀਆਂ ਜੰਗਾਂ ਲੜਾਈਆਂ ਹੁੰਦੀਆਂ ਰਹੀਆਂ, ਪਰ ਉਹ ਕਦੇ ਵੀ ਨਹੀਂ ਹਾਰੇ। ਜਦੋਂ ਦੀਨਾ ਕਾਂਗੜ ਦੀ ਧਰਤੀ ਤੋਂ ਗੁਰੂ ਕਲਗੀਧਰ ਪਾਤਸ਼ਾਹ ਜ਼ਫਰਨਾਮਾ ਲਿਖ ਕੇ ਨਿਕਲੇ, ਚੱਲਦੇ ਚੱਲਦੇ ਇੱਥੇ ਸਤਿਗੁਰਾਂ ਨੂੰ ਮਿਲੇ ਬਰਾੜ ਸਿੰਘ। ਭੱਜ ਗਏ ਉਹ ਰਾਮਿਆਣਾ ਸਾਹਿਬ ਦੀ ਧਰਤੀ ਤੇ ਮਹਾਰਾਜ ਆਏ। ਇੱਥੇ ਪਤਾ ਲੱਗਿਆ ਵੀ ਸਾਹਿਬ ਜੀਓ 8000 ਦੀ ਫੌਜ ਲੈ ਕੇ ਸਰਹੰਦ ਦਾ ਸੂਬਾ ਚੜਿਆ ਹੁੰਦਾ ਹੈ ਵਜ਼ੀਰ ਖਾਨ। ਬਾਬਾ ਕਹਿੰਦੇ ਆਣਗੇ ਫਿਰ ਕੀ ਹੈ, ਕੋਈ ਚਿੰਤਾ ਨਹੀਂ। ਉਹਨਾਂ ਸਮਿਆਂ ਵਿੱਚ ਕੋਟਕਪੁਰੇ ਦਾ ਰਾਜਾ ਸੀ ਭਾਈ ਕਪੂਰਾ। ਆਪ ਜੀ ਨੇ ਗੁਰੂ ਕਲਗੀਧਰ ਜੀ ਦੀ ਕਥਾ 'ਚ ਸਾਰਾ ਕੁਝ ਵਿਸਥਾਰ ਸਹਿਤ ਸੁਣਿਆ। ਉਹ ਕਪੂਰਾ ਜਿਹਨੇ ਗੁਰੂ ਘਰ ਤੋਂ ਘੋੜੇ ਵੀ ਲਏ, ਭੇਟਾਂ ਵੀ ਕੀਤੇ, ਕੁਝ ਹੱਦ ਤੱਕ ਉਹ ਆਪਣੇ ਆਪ ਨੂੰ ਸਿੱਖ ਵੀ ਮੰਨਦਾ ਸੀ, ਪਰ ਮਰਦ ਕਹਿੰਦੇ ਸੀ ਤੂੰ ਸਾਡਾ ਹੈ ਹੀ ਨਹੀਂ। ਓਏ ਕਪੂਰਾ, ਤੂੰ ਐ ਤੁਰਕਾਂ ਕਾ ਕਦੂਰਾ। ਮਰਦ ਦੇ ਵਚਨ ਸੀ। ਮਰਦ ਕਹਿੰਦੇ ਪਾਲਤੂ ਕੁੱਤਾ ਸਰਕਾਰ ਦਾ, ਇਹ ਨਹੀਂ ਬਣ ਸਕਦਾ ਕਿਸੇ ਦਾ। ਗੁਰੂ ਕਲਗੀਧਰ ਪਾਤਸ਼ਾਹ ਨੂੰ ਰਾਮਿਆਣੇ ਦੀ ਧਰਤੀ ਤੇ ਮਿਲਣ ਵਾਸਤੇ ਆ ਗਏ ਮਾਝੇ ਵਾਲੇ ਸਿਆਣੇ ਚਲਾਕ ਲੋਕ ਭੱਜੇ ਆਏ, ਕਿਉਂਕਿ ਜਦੋਂ ਘਰੋਂ ਵੱਜੀਆਂ ਡਾਂਗਾਂ, ਮਾਤਾ ਭਾਗ ਕੌਰ ਜੀ ਹੋਰ ਬੀਬੀਆਂ ਨੇ ਕਹਿਤਾ ਜਾਓ ਚੂੜੀਆਂ ਪਾਓ, ਨਿਕਲੋ, ਇੱਥੇ ਕੀ ਕਰਨਾ ਹੈ। ਮਜਬੂਰੀ ਵਸ ਹੋਣਾ ਪਿਆ। ਉਹਨਾਂ ਵਿੱਚੋਂ ਭਾਈ ਮਹਾ ਸਿੰਘ, ਮੀਹਾ ਸਿੰਘ, ਰਣ ਸਿੰਘ, ਕੁਝ ਸਿੱਖ ਐਸੇ ਸਨ ਜਿਹੜੇ ਅੰਦਰੋਂ ਗੁਰੂ ਕਲਗੀਧਰ ਨਾਲ ਜੁੜੇ ਹੋਏ ਸੀ, ਚੜ੍ਹਦੀ ਕਲਾ ਦੇ। ਇਹ ਕਾਫਲਾ ਜਦੋਂ ਚੱਲ ਕੇ ਰਾਮਿਆਣੀ ਦੀ ਧਰਤੀ ਤੇ ਪੁੱਜਿਆ, ਇੱਥੇ ਨਾ ਮਾਝੇ ਵਾਲੇ ਜਿਹੜੇ ਬਜ਼ੁਰਗ ਸੀ, ਪੰਚਾਇਤਾਂ, ਕਹਿੰਦੇ ਮਰਦ ਜੇ ਤੁਸੀਂ ਕਹੋ ਤੁਹਾਡੀ ਔਰੰਗਜ਼ੇਬ ਨਾਲ ਸਮਝੌਤਾ ਨਾ ਕਰਾ ਦਈਏ ਸੰਧੀ। ਸੱਚੇ ਪਾਤਸ਼ਾਹ ਕਹਿੰਦੇ ਜਿੱਧਰੋਂ ਆਏ ਹੋ ਚਲੇ ਜਾਓ, ਭਾਜੋ ਇੱਥੋਂ। 4 ਪੁੱਤ ਸ਼ਹੀਦ ਹੋ ਗਏ। ਕੌਮ ਦਾ ਨੁਕਸਾਨ ਕਿੰਨਾ ਹੋ ਗਿਆ ਤੇ ਮੱਤ ਦੇਣ ਆਏ ਆ ਵੀ ਪਾਤਸ਼ਾਹ ਤੇਰਾ ਸਮਝੌਤਾ ਕਰਾ ਦਈਏ। ਸਤਿਗੁਰ ਕਹਿੰਦੇ ਸਾਡਾ ਤੁਹਾਡੇ ਨਾਲ ਕੋਈ ਲੈਣ ਦੇਣ ਨਹੀਂ। ਰਾਮਿਆਣੇ ਦੀ ਧਰਤੀ ਤੇ ਬਦਾਵਾ ਲਿਖ ਕੇ ਦੇ ਗਏ, ਕਹਿੰਦੇ ਤੂੰ ਸਾਡਾ ਗੁਰੂ, ਅਸੀਂ ਤੇਰੇ ਸਿੱਖ ਨਹੀਂ। ਜਦੋਂ ਇਹ ਕੁਝ ਹੋਇਆ ਨਾ, ਮਾਤਾ ਭਾਗ ਕੌਰ, ਹੋਰ ਸਿੰਘਣੀਆਂ ਇਕੱਠੀਆਂ ਹੋਈਆਂ, ਭਾਈ ਮਹਾ ਸਿੰਘ ਵਰਗਿਆਂ ਦੀ ਅਣਖ ਜਗਾਈ, ਅਸੀਂ ਗੁਰੂ ਕੋਲ ਆਏ ਆ, ਗੁਰੂ ਲਈ ਲੜ ਜਾਾਂਗੇ, ਮਰ ਜਾਾਂਗੇ, ਜੋ ਮਰਜ਼ੀ ਹੋ ਜੇ। ਕਹਿੰਦੇ ਪੰਚਾਇਤਾਂ ਤੇ ਮਾਝੇ ਦੀਆਂ ਵਾਪਸ ਚਲੇ ਗਈਆਂ ਦਾਗ ਲਵਾ ਕੇ, ਪਰ ਇਹ ਕਹਿੰਦੇ ਜਾਈਏ ਮਹਾਰਾਜ ਕੋਲ ਕਿਵੇਂ? ਆਪਾਂ ਤੇ ਕਹੇ ਆ ਤੇਰਾ ਸਾਡਾ ਨਾਤਾ ਹੀ ਕੋਈ ਨਹੀਂ, ਤੂੰ ਪਿਓ ਨਹੀਂ, ਅਸੀਂ ਪੁੱਤ ਨਹੀਂ ਤੇਰੇ। ਉਹ ਕਹਿੰਦੇ ਚਿੰਤਾ ਨਾ ਕਰੋ। ਐਨੇ ਨੂੰ ਖਬਰ ਮਿਲ ਗਈ, ਖਬਰ ਵੀ ਕਪੂਰੇ ਨੇ ਦਿੱਤੀ, ਮਹਾਰਾਜ ਤੁਹਾਡੇ ਉੱਤੇ ਫੌਜਾਂ ਚੜ ਕੇ ਆਉਂਦੀਆਂ। ਘਟੀਆ ਬੰਦਾ ਆਪ ਹੀ ਤੁਰ ਪਿਆ ਵਜੀਦ ਖਾਨ, ਮਤਲਬ ਡਰਦਾ ਸੀ ਅੰਦਰੋਂ, ਸੱਚ ਨੂੰ ਫੇਸ ਨਹੀਂ ਸੀ ਕਰ ਸਕਦਾ। ਸਤਿਗੁਰ ਦੇ ਨਾਲ ਵੀ ਖੜਿਆ, ਉੱਧਰ ਵੀ ਖੜਿਆ। ਇਹੋ ਜਿਹੇ ਯਾਰ ਤੋਂ ਬਚੋ ਜੋ ਤੁਹਾਡਾ ਵੀ ਮਿੱਤਰ ਆ ਤੇ ਤੁਹਾਡੇ ਦੁਸ਼ਮਣ ਦਾ ਵੀ ਮਿੱਤਰ ਹੈ। ਕਪੂਰੇ ਨੇ ਉਹ ਕਰਤੂਤ ਕੀਤੀ। 8000 ਫੌਜ ਲੈ ਕੇ ਚੱਲ ਪਿਆ। ਨਾਲ ਕਿਉਂ ਚੱਲਿਆ? ਵਜ਼ੀਦ ਖਾਂ ਕਹਿੰਦਾ ਮੈਨੂੰ ਇਸ ਇਲਾਕੇ ਦਾ ਨਹੀਂ ਪਤਾ, ਤੂੰ ਰਾਜਾ, ਤੈਨੂੰ ਪਤਾ ਹੈ, ਚੱਲ ਨਾਲ। ਕਹਿੰਦਾ ਚਲੋ ਜੀ। ਚੱਲਦੇ ਉਧਰ ਸਾਹਿਬ ਜੀ ਖਿਦਰਾਣੇ ਦੀ ਢਾਬ ਤੋਂ ਕ੍ਰਾਸ ਹੋ ਕੇ ਇੱਕ ਟਿੱਬੀ ਤੇ ਪਹੁੰਚ ਗਏ। ਜਦੋਂ ਪਤਾ ਲੱਗਾ, ਆਪਾਂ ਸੰਖੇਪ ਚੱਲ ਰਹੇ ਹਾਂ, ਇਤਿਹਾਸ ਬਹੁਤ ਵੱਡਾ ਹੈ। ਮਰਦ ਕਹਿੰਦੇ ਆਉਣ ਦਿਓ, ਵੇਖੀ ਜਾਓ। ਉਦੋਂ ਬਰਾੜ ਸਿੱਖਾਂ ਦੀ ਫੌਜ ਸਤਿਗੁਰਾਂ ਨਾਲ ਸੀ, ਕੁਝ ਹੋਰ ਸਿੰਘ ਸਨ। ਇੱਧਰ ਬਾਦੇ ਵਾਲੇ ਕਹਿੰਦੇ ਔਖਾ ਹੋ ਗਿਆ। ਇਸ ਵੇਲੇ ਭੀੜ ਦਾ ਸਮਾਂ, ਫੌਜਾਂ ਚੜ ਕੇ ਆਈਆਂ ਨੇ, ਕਮਰ ਕਸੇ ਕਰ ਲਏ, ਲਿਖਿਆ ਵਿਦਾਵਾ ਖੂਨ ਨਾਲ ਧੋਵਾਂਗੇ। ਖਿਦਰਾਣੇ ਦੀ ਢਾਬ ਜੋ ਇੱਕ ਛੱਪੜ ਸੀ ਪਾਣੀ ਦਾ ਭਰਿਆ, ਸਾਫ ਪਾਣੀ ਦਾ, ਇਹਨਾਂ ਸਿੰਘਾਂ ਨੇ ਆ ਕੇ ਆਪਣੇ ਕਸ਼ਹਿਰੇ ਸੁੱਕਣੇ ਪਾ ਲਏ। ਬੇਰੀਆਂ ਦੇ ਝੁੰਡ ਸੀ, ਇੱਥੇ ਦਰਖਤ ਸਨ, ਮਾਲ ਵਿੱਚ ਬੇਰੀਆਂ ਅੱਜ ਵੀ ਬਹੁਤ ਨੇ। ਕਹਿੰਦੇ ਜਦੋਂ 8200 ਦੀ ਫੌਜ ਵਜ਼ੀਦ ਖਾਨ ਦੀ ਚੜ ਕੇ ਟਿੱਬੀ ਵੱਲ ਚੱਲੀ ਨਾ, ਕਿਉਂਕਿ ਇੰਟੈਲੀਜੈਂਸ ਤੇ ਉਦੋਂ ਵੀ ਹੈ ਵੀ ਗੁਰੂ ਕਿੱਥੇ, ਕਿੰਨੀ ਕੁ ਫੌਜ ਹੈ, ਕੀ ਹੈ, ਇਹ ਹਰ ਸਮੇਂ ਹੁੰਦਾ ਹੈ, ਪਰ ਫੇਲੀਅਰ ਸੀ ਇੰਟੈਲੀਜੈਂਸ ਦਾ।
ਜਦੋਂ ਪਹੁੰਚੇ ਉਹਨਾਂ ਦੂਰੋਂ ਵੇਖਿਆ, ਕਹਿੰਦੇ ਤੰਬੂ ਲੱਗੇ ਹੋਏ ਆ। ਅੱਜ ਵੀ ਤੁਹਾਨੂੰ ਗੁਰਦੁਆਰਾ ਤੰਬੂ ਸਾਹਿਬ ਸੁਭਾਏਮਾਨ ਮਿਲੇਗਾ ਮੁਕਤਸਰ ਸਾਹਿਬ ਸਰੋਵਰ ਦੇ ਕਿਨਾਰੇ। ਚਾਦਰਾਂ ਸੁੱਕਣੀਆਂ ਪਾਈਆਂ, 8-8 ਮੀਟਰ ਦੇ ਕਛਹਿਰੇ ਸੁੱਕਣੇ ਪਾਏ। ਵੇਖ ਕੇ ਫੌਜਾਂ ਕੰਬ ਗਈਆਂ, ਡਰ ਗਈਆਂ। ਆਖਰਕਾਰ ਯੁੱਧ ਸ਼ੁਰੂ ਹੋਇਆ। ਖਿਦਰਾਣੇ ਦੀ ਢਾਬ ਦੇ ਵਿੱਚੋਂ ਗੁਰੂ ਕੇ ਸਿੰਘਾਂ ਨੇ ਐਸੇ ਮੋਰਚੇ ਲਾਏ, ਵਾਰੀ-ਵਾਰੀ 5-5 ਨਿਕਲ ਕੇ ਲੜਦੇ ਰਹੇ ਅੱਗੇ ਹੋ ਕੇ। ਉਧਰ ਟਿੱਬੀ ਸਾਹਿਬ ਗੁਰਦੁਆਰਾ ਜਿੱਥੇ ਮੇਰੇ ਬਾਜਾਂ ਵਾਲੇ ਸਤਿਗੁਰੂ ਘੋੜੇ ਤੇ ਸਵਾਰ ਸਨ। ਭਰ ਕੇ ਤੋੜੇ ਦੀਆਂ ਬੰਦੂਕਾਂ ਸਤਿਗੁਰੂ ਛੱਡਦੇ ਆ, ਤੀਰ ਚਲਾਉਂਦੇ ਆ। ਇਸ ਟਿੱਬੀ ਤੋਂ ਚਲਾਏ ਤੀਰ ਸਤਿਗੁਰਾਂ ਦੇ 7-7 10-10 ਕਿਲੋਮੀਟਰ ਜਾਂਦੇ ਰਹੇ। ਅੱਜ ਵੀ ਖਿਦਰਾਣੀ ਦੀ ਢਾਬ ਤੋਂ ਜਾਓ ਟਿੱਬੀ ਸਾਹਿਬ ਕਿੰਨੇ ਕਿਲੋਮੀਟਰ ਦੂਰ ਆ ਵੇਖ ਲਿਓ, 4-5 ਕਿਲੋਮੀਟਰ ਪੈ ਜਾਂਦਾ। ਐਡੀ ਦੂਰ ਤੀਰਾਂ ਦੀ ਮਾਰ ਸੀ। ਗੁਰੂ ਪਾਤਸ਼ਾਹ ਜਾਣਦੇ। ਸਿੰਘ ਪੁੱਛਦੇ ਆ, ਪਾਤਸ਼ਾਹ ਐਸਾ ਕੀ ਹੈ? ਫੌਜਾਂ ਨੇੜੇ ਨਹੀਂ ਆ ਰਹੀਆਂ, ਆਪਣੇ ਦੂਰੋਂ ਹੀ ਹੋ ਰਿਹਾ। ਕਲਗੀਧਰ ਹੱਸ ਕੇ ਪਤਾ ਕੀ ਕਹਿੰਦੇ ਜਦੋਂ ਪਿਓ ਦੇ ਲਾਇਕ ਪੁੱਤ ਖੜੇ ਹੋਣ ਨਾ ਤੇ ਪਿਤਾ ਨੂੰ ਚਿੰਤਾ ਨਹੀਂ ਹੁੰਦੀ। ਆਖੋ ਸਤਿਨਾਮ। ਇਸ਼ਾਰਾ ਕਿੱਧਰ ਸੀ? ਭਾਈ ਮਹਾ ਸਿੰਘ 40 ਸਿੰਘਾਂ ਦਾ। ਆਖਰਕਾਰ ਯੁੱਧ ਸਮਾਪਤ ਹੋਇਆ। ਕਪੂਰਾ ਇੱਕ ਗੱਲ ਚੰਗੀ ਕਰ ਗਿਆ ਜਾਂਦਾ 4000 ਦੀ ਫੌਜ ਮਰ ਗਈ। ਇਹ ਯੁੱਧ ਕਦੋਂ ਹੋਇਆ? ਅਪ੍ਰੈਲ ਦੇ ਮਹੀਨੇ ਹੋਇਆ। ਪਈ ਜੂਨ ਪੈ ਗਈ ਸੀ, ਅੰਤਾਂ ਦੀ ਗਰਮੀ ਸੀ। ਕਹਿੰਦੇ ਕੀ ਕੀਤਾ ਜਾਏ? ਢਾਬ ਤੇ ਗੁਰੂ ਕੇ ਸਿੱਖਾਂ ਦਾ ਕਬਜ਼ਾ ਹੈ, ਅਸੀਂ ਅੱਗੇ ਨਹੀਂ ਜਾ ਸਕਦੇ। ਪਾਣੀ ਕਹਿੰਦੇ ਅੱਗੇ ਜਾਓਗੇ 8 ਕੋ, ਪਿੱਛੇ ਜਾਓਗੇ 4 ਕੋ। ਵਜ਼ੀਰ ਖਾਂ ਕੀਤਾ ਫਿਰ ਮੈਂ ਆਪਣੀ ਜਿਉਂਦੀ ਫੌਜ ਜ਼ਰੂਰੀ ਮਰਵਾਉਣੀ ਉਧਰ ਲੈ ਕੇ ਜਾ ਕੇ, ਨਾਲੇ ਖਤਰਾ ਹੈ, ਨਾਲੇ 8 ਕੋ ਦੂਰ, ਪਿੱਛੇ ਨੇੜੇ ਚਲੋ। ਕਪੂਰਾ ਕਹਿੰਦਾ ਪਿੱਛੇ ਜਾਣ ਦੀ ਭਲਾਈ ਹੈ। ਲੈ ਗਿਆ ਫੌਜ ਮੋੜ ਕੇ। 4000 ਦਾ ਨੁਕਸਾਨ ਹੋਇਆ। ਉਧਰੋਂ ਮੇਰੇ ਕਲਗੀਧਰ ਪਾਤਸ਼ਾਹ ਟਿੱਬੀ ਤੋਂ ਉਤਰ ਕੇ ਆਏ। ਸਤਿਗੁਰੂ ਘੋੜੇ ਤੇ ਚੜ੍ਹਨ ਲੱਗੇ ਨਾਉਣ ਲਈ, ਘੋੜੇ ਦੀ ਟੁੱਟ ਗਈ ਰਕਾਬ। ਉੱਥੋਂ ਦੀਆਂ ਸੰਗਤਾਂ ਦੇ ਸਿੱਖਾਂ ਨੇ ਸੰਭਾਲ ਕੇ ਰੱਖ ਲਈ। ਅੱਜ ਵੀ ਉਹ ਰਕਾਬ ਗੁਰਦੁਆਰਾ ਰਕਾਬ ਸਾਹਿਬ ਸੁਭਾਏਮਾਨ ਹੈ। ਟਿੱਬੀ ਸਾਹਿਬ ਤੇ ਬਿਲਕੁਲ ਸਾਹਮਣੇ ਮੁਕਤਸਰ ਸਾਹਿਬ ਦੀ ਧਰਤੀ। ਸੱਚੇ ਪਾਤਸ਼ਾਹ ਨੇ ਘੋੜਾ ਖੜਾ ਕਰ ਦਿੱਤਾ। ਯੁੱਧ ਵਿੱਚ ਸਰੀਰ ਪਏ ਆ, ਦੁਸ਼ਮਣ ਦੇ ਵੀ ਪਏ ਆ, ਸਿੰਘਾਂ ਦੇ ਵੀ ਪਏ ਆ। ਕਲਗੀ ਵਾਲੇ ਪਿਤਾ ਨੇ ਚਰਨਾਂ 'ਚੋਂ ਜੋੜਾ ਲਾ ਲਿਆ। ਯੁੱਧ ਦੇ ਮੈਦਾਨ 'ਚ ਸਤਿਗੁਰਾਂ ਦੇ ਸਿੰਘ ਨਾਲ ਮਾਨ ਸਿੰਘ ਵਰਗੇ ਵੇਖ ਰਹੇ ਹੋ ਕੀ ਰਿਹਾ, ਕੀ ਕਰ ਰਹੇ ਨੇ। ਧਰਮ ਸਿੰਘ ਵਰਗੇ ਖਾਲਸੇ ਵੇਖ ਰਹੇ ਆ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੁੱਤਰਾਂ ਨੂੰ ਵਾਰ ਕੇ ਕਦੇ ਉਦਾਸ ਨਹੀਂ ਹੋਏ, ਅੱਜ ਉਦਾਸ ਨੇ। ਕੱਲੇ ਸਿੰਘ ਕੋਲ ਆਉਂਦੇ ਆ, ਮੁਖ ਸਾਫ਼ ਕਰਦੇ ਆ, ਆਪਣੀ ਹਜ਼ੂਰੀ ਇਹਦੇ ਨਾਲ ਸਿਰੋਂ ਪਾਉਂਦੇ ਨਾਲ। ਇਹ ਕਹਿੰਦੇ ਆ ਮੇਰਾ 2000 ਸਿੰਘ ਹੈ, ਇਹ ਮੇਰਾ 4000 ਸਿੰਘ ਹੈ, ਇਹ ਮੇਰਾ 6000 ਖਾਲਸਾ ਹੈ। ਮਤਲਬ ਇੰਨੀਆਂ ਫੌਜਾਂ ਨੂੰ ਮਾਰ ਕੇ ਮਰਿਆ, ਸ਼ਹੀਦ ਹੋਇਆ। ਇਹ ਰੁਤਬੇ ਸਨ। ਆ ਮੇਰਾ 8000, ਆ ਮੇਰਾ 10000, ਆ ਮੇਰਾ 20000, ਆ ਮੇਰਾ 40000। ਚਲਦੇ ਮੇਰੇ ਸੱਚੇ ਪਾਤਸ਼ਾਹ ਇੱਕ ਸਰੀਰ ਕੋਲ ਆਏ। ਉਹ ਸਰੀਰ ਸੀ ਮਾਈ ਭਾਗੋ ਦਾ। ਬਹੁਤ ਵੱਡੀ ਬਰਸ਼ੀ ਕੋਲੇ ਪਈ ਹੈ, ਸਰੀਰ ਜ਼ਖਮਾਂ ਨਾਲ, ਗੋਲੀਆਂ ਨਾਲ ਭਰਿਆ ਪਿਆ। ਫਰਜ਼ ਨੇ ਹੁਕਮ ਕੀਤਾ, ਇਸ ਬਜ਼ੁਰਗ ਮਾਤਾ ਨੂੰ ਉਠਾਓ। ਕੁਝ ਬੀਬੀਆਂ ਨੂੰ ਬੁਲਾਇਆ ਗਿਆ, ਮੱਲਮ ਪੱਟੀ ਕੀਤੀ। ਉਹ ਸੀ ਮਾਝੇ ਦੀ ਸਿੰਘਣੀ ਮਾਈ ਭਾਗੋ, ਜਿਨ੍ਹਾਂ ਨੇ ਜਨਵਾੜੇ ਦੀ ਧਰਤੀ ਤਨ ਦਾ ਪਰਿਤਿਆਗ ਕੀਤਾ। ਮਹਾਰਾਸ਼ਟਰ ਹਜ਼ੂਰ ਸਾਹਿਬ ਵਾਲੇ ਪਾਸੇ ਗੁਰੂ ਕਲਗੀਧਰ ਅੱਗੇ ਗਏ। ਕਹਿੰਦੇ ਇੱਕ ਜਿਸਮ ਸਹਿਕਦਾ ਸੀ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੋੜਾ ਨਹੀਂ ਹੈ। ਅੱਜ ਘੋੜਾ ਵੀ ਕੋਲੇ ਨਹੀਂ, ਅੱਜ ਬਾਰ ਵੀ ਕੋਲੇ ਨਹੀਂ। ਕੋਲ ਬੈਠੇ ਸੱਜੇ ਪੱਟ ਤੇ ਸਤਿਗੁਰਾਂ ਨੇ ਸਰਾਣਾ ਦਿੱਤਾ। ਸਹਿਕਦੇ ਸੀ ਭਾਈ ਮਹਾ ਸਿੰਘ। ਜਾਨ ਨਿਕਲੀ ਨਹੀਂ, ਪਰ ਬੇਸੁੱਧ ਨੇ, ਬੇਹੋਸ਼ ਨੇ। ਗੁਰੂ ਸਾਹਿਬ ਨੇ ਸਿੰਘਾਂ ਤੋਂ ਜਲ ਮੰਗਾਇਆ, ਮੁਖ ਤੇ ਛਿੱਟਾ ਮਾਰਿਆ, ਆਪਣੇ ਰੁਮਾਲ ਨਾਲ ਜੇਬ ਚ ਕੱਢ ਕੇ ਮੁਖ ਸਾਫ਼ ਕੀਤਾ, ਮੱਥੇ ਤੇ ਹੱਥ ਫੇਰਿਆ, ਮੁਖ ਤੇ ਹੱਥ ਫੇਰਿਆ, ਆਵਾਜ਼ ਦਿੱਤੀ, ਪੁੱਤ ਉੱਠ, ਤੇਰਾ ਪਿਓ ਆਇਆ। ਜਦੋਂ ਭਾਈ ਮਹਾ ਸਿੰਘ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਮਿੱਠੇ ਬੋਲ ਆਪਣੇ ਕੰਨਾਂ 'ਚ ਸੁਣੇ, ਅੱਖਾਂ ਬੰਦ ਸਨ, ਬੇਸੁੱਧ ਸਨ। ਇੱਕਦਮ ਅੱਖਾਂ ਖੋਲੀਆਂ, ਗਰਦਨ ਕੱਢੀ ਹੈ ਥੋੜੀ। ਉਹ ਖੂਨ ਸਤਿਗੁਰਾਂ ਦੇ ਬਸਤਰ ਤੇ ਲੱਗਾ, ਗੋਡੇ ਤੇ ਲੱਗਾ। ਅੱਜ ਵੀ ਭਾਈ ਡੱਲਾ ਜੀ ਦੇ ਘਰੇ ਜਾਓਗੇ, ਉਹ ਬਸਤਰ ਤੇ ਖੂਨ ਉੱਦਾਂ ਹੀ ਲੱਗਾ ਹੋਇਆ ਹੈ। ਨੇਤਰ ਖੋਲੇ। ਅੱਜ ਬਾਜਾਂ ਵਾਲੇ ਦੇ ਅੱਖਾਂ 'ਚੋਂ ਹੰਝੂ ਟਪਕਦੇ ਸੀ, ਜੋ ਪੁੱਤ ਵਾਰ ਕੇ ਨਹੀਂ ਨਾ ਰੋਏ।
ਸਿੰਘਾਂ ਦੀ ਸ਼ਹਾਦਤ ਤੇ ਅੱਖਾਂ ਭਰ ਆਏ। ਸਤਿਗੁਰ ਕਹਿੰਦੇ ਮਹਾ ਸਿੰਘ ਮੰਗ ਤੈਨੂੰ ਕੀ ਦਈਏ? ਰਾਜ ਦੇ ਦਈਏ। ਤਿੰਨੇ ਲੋਕਾਂ ਦਾ ਬੋਲਿਆ ਤੇ ਜਾਂਦਾ ਨਹੀਂ ਸੀ। ਸਹਿਕਦਿਆਂ ਨੇ ਸਿਰ ਹਿਲਾ ਕੇ ਆਖਿਆ ਨਹੀਂ ਪਾਤਸ਼ਾਹ, ਰਾਜ ਨਹੀਂ ਚਾਹੀਦਾ, ਵਿਦਾਵਾ ਪਾੜ ਦਿਓ। ਸਤਿਗੁਰ ਕਹਿੰਦੇ ਵਿਦਾਵੇ ਦੀ ਗੱਲ ਛੱਡ, ਸਵਰਗ ਦਾ ਰਾਜ ਦੇ ਦੀ। ਕਹਿੰਦਾ ਨਹੀਂ ਪਾਤਸ਼ਾਹ, ਕਿਰਪਾ ਕਰਕੇ ਦਾਗ ਮਿਟਾ ਦਿਓ। ਮਾਝੇ ਦੀ ਸੰਗਤ ਤੇ ਰਹਿੰਦੀ ਦੁਨੀਆ ਤੱਕ ਦਾਗ ਰਹੇਗਾ, ਕਰ ਦਿਓ ਕਿਰਪਾ। ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਕਮਰ ਕਸੇ ਚੋਂ ਵਿਦਾਵਾ ਕੱਢਿਆ, ਪਾੜ ਦਿੱਤਾ ਸਾਹਮਣੇ। ਬਚਨ ਕੀ ਆਖਿਆ? ਟੁੱਟੀ ਸੋ ਨਿਖੁੱਟੀ। ਜੁਦੇ ਬਚਨ ਕਹਿ ਦਿੱਤਾ। ਅੱਜ ਭਾਈ ਮਹਾ ਸਿੰਘ ਦੀਆਂ ਅੱਖਾਂ ਚੋਂ ਹੰਝੂ ਆ ਗਏ। ਘੁੱਟ ਕੇ ਸਤਿਗੁਰਾਂ ਨੇ ਗਲ ਗਲ ਲਾਇਆ, ਟੂਟੀ ਗਾਂਢਣ ਹਾਰ ਗੋਪਾਲ, ਸਰਬ ਜੀਆ ਆਪੇ ਪਰਮਾਰ। ਪਾਤਸ਼ਾਹ ਰੱਖ ਲਓ ਮਾਝੇ ਦੀ। ਗੁਰੂ ਸਾਹਿਬ ਨੇ ਗਲ ਨਾਲ ਲਾ ਕੇ ਆਖਿਆ ਟੁੱਟੀ ਸੋ ਨਿਖੁੱਟੀ, ਸ਼ਹੀਦ ਹੋ ਗਏ। ਫਿਰ ਆਪਣੇ ਹੱਥੀਂ ਜਿਸ ਬਾਜਾਂ ਵਾਲੇ ਨੇ ਆਪਣੇ 4 ਪੁੱਤਾਂ ਦਾ ਸੰਸਕਾਰ ਨਹੀਂ ਕੀਤਾ, 40 ਸਿੰਘਾਂ ਦਾ ਅੰਗੀਠਾ ਬਣਾ ਕੇ ਮੁਕਤਸਰ ਦੀ ਪਾਵਨ ਧਰਤੀ ਤੇ ਉਸ ਖਿਦਰਾਣੇ ਦੀ ਢਾਬ ਕੋਲੇ ਹੱਥੀ ਸੰਸਕਾਰ ਕੀਤਾ ਤੇ ਬਚਨ ਦਿੱਤਾ, ਇਹ ਮੇਰੇ 40 ਮੁਕਤੇ ਨੇ। ਆਖੋ ਸਤਿਨਾਮ। ਜੋ ਇਹਨਾਂ ਦੇ ਦਰ ਤੇ ਆ ਕੇ ਹਾਜ਼ਰੀ ਭਰੂਗਾ, ਜ਼ਿੰਦਗੀ 'ਚ ਕਦੇ ਦੁਖੀ ਨਹੀਂ ਹੋਏਗਾ, ਸਭ ਕੁਝ ਪ੍ਰਾਪਤ ਹੋਏਗਾ। ਤੇ ਉੱਥੇ ਸਤਿਗੁਰਾਂ ਨੇ ਮੁਕਤੀਨਾਮਾ ਉਚਾਰਨ ਕੀਤਾ, ਜੋ ਇਤਿਹਾਸ ਵਿੱਚ ਦਰਜ ਹੈ। ਫਿਰ ਅਸਥਾਨ ਦਾ ਨਾਮ ਰੱਖਿਆ ਮੁਕਤਸਰ। ਉਹ ਜੱਡਾ ਵੱਡਾ ਸਰੋਵਰ ਹੈ ਨਾ, ਸਰੋਵਰ ਸਾਹਿਬ ਹੈ। ਇੰਨੀ ਥਾਂ ਤੇ 40 ਦੀ ਚਿਤਾ ਬਣੀ। ਭਾਵੇਂ ਉਹ ਦਿਨ ਗਰਮੀਆਂ ਦੇ ਸੀ, ਪੰਥ ਖਾਲਸੇ ਨੇ ਇਕੱਠੀਆਂ ਹੋ ਕੇ ਭਾਈ ਲੰਗਰ ਸਿੰਘ ਵਰਗੇ ਗੁਰਮੁਖਾਂ ਨੇ ਇਹ ਦਿਨ ਰੱਖਿਆ ਵੀ, ਕਿਉਂਕਿ ਉਦੋਂ ਰੇਤਾ ਸੀ, ਪਾਣੀ ਘੱਟ ਹੁੰਦਾ ਸੀ ਉਹਨਾਂ ਇਲਾਕਿਆਂ 'ਚ, ਵੀ ਸਰਦੀ ਦੇ ਵਿੱਚ ਦਿਨ ਮਨਾਇਆ ਜਾਏ। ਫਿਰ ਇਹ ਮਾਘ ਦਾ ਮਹੀਨਾ ਮਨਾਇਆ ਜਾਣ ਲੱਗਿਆ। ਗੁਰੂ ਸਾਹਿਬ ਨੇ ਫਿਰ ਆਪ ਲਿਖਿਆ, ਕਹਿੰਦੇ ਮਾਘੀ ਵਾਲੇ ਦਿਨ ਜੋ ਇਸ਼ਨਾਨ ਕਰੇਗਾ 68 ਤੀਰਥਾਂ ਦਾ ਫਲ ਪ੍ਰਾਪਤ ਹੋਏਗਾ। ਅੱਜ ਵੀ ਜਿਹੜੇ ਚੜ੍ਹਦੀ ਕਲਾ ਵਾਲੇ ਗੁਰਸਿੱਖ ਨੇ ਨਾ, ਉਹ ਨਹੀਂ ਕਦੇ ਮਿਸ ਹੋਣ ਦਿੰਦੇ। ਉਹ ਅੰਮ੍ਰਿਤ ਵੇਲੇ ਜਾ ਕੇ ਉਹਨਾਂ ਇਸ਼ਨਾਨ ਮਾਘੀ ਤੇ ਕਰਨਾ ਹੀ ਕਰਨਾ ਹੈ। ਇੱਕ ਸਾਡੇ ਵਰਗੇ ਦਲਿੱਦਰੀ ਜਿਹੜੇ ਕਈ ਸਾਲ ਸੋਚੀ ਜਾਂਦੇ ਜਾਈਏ ਕਿ ਨਾ, ਚੜ੍ਹਦੀ ਕਲਾ ਵਾਲੇ ਪਹੁੰਚਦੇ ਆ ਜਿਨ੍ਹਾਂ ਦੇ ਕਰਮਾਂ 'ਚ ਲਿਖਿਆ, ਜਿਹੜੇ ਗੁਰੂ ਨੂੰ ਪਿਆਰ ਕਰਦੇ ਆ। ਸੋ ਅੱਜ ਮਾਘ ਦਾ ਮਹੀਨਾ, ਕੋਟਾਨ-ਕੋਟ ਪ੍ਰਣਾਮ ਉਹਨਾਂ ਸ਼ਹੀਦਾਂ ਨੂੰ। ਅੰਮ੍ਰਿਤ ਬਚਨਾਂ ਦੀ ਸਾਂਝ ਪਾਈਏ ਜੋ ਗੁਰੂ ਸਾਹਿਬ ਉਪਦੇਸ਼ ਬਖਸ਼ਦੇ ਆ। ਆਓ ਸਰਵਣ ਕਰੀਏ ਜੀ। ਮਾਘ ਮੱਜਣ ਸੰਗ ਸਾਧੂਆ। ਬੜੇ ਪਿਆਰ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਇਸ ਮਹੀਨੇ ਦਾ ਉਪਦੇਸ਼ ਬਖਸ਼ਿਸ਼ ਕਰਦੇ ਆ। ਮਾਘ ਦਾ ਮਹੀਨਾ, ਗੰਗਾ ਤੇ ਲੋਕੀ ਇਸ਼ਨਾਨ ਕਰਦੇ ਆ ਮਾਘ ਦੇ ਮਹੀਨੇ। ਮਕਰ ਸੰਕ੍ਰਾਂਤੀ ਕਹਿੰਦੇ ਸਾਹਿਬ ਕਹਿੰਦੇ ਤੂੰ ਵੀ ਕਰਿਆ ਕਰ ਇਸ਼ਨਾਨ। ਮਾਘ ਮੱਜਨ ਸਣ ਕੇਸੀ ਇਸ਼ਨਾਨ, ਸਰਬੋ ਪੈਦਾ ਸੰਤ ਸਾਧੂ ਆ। ਕਹਿੰਦੇ ਗੁਰੂ ਦੇ ਸਾਧੂ ਧੱਦੇ ਨੂੰ ਦਲਾਈਕੜ ਤੇ ਆੜੇ ਨੂੰ ਕੰਨਾ ਲੱਗਾ। ਭਾਵ ਕੀ ਹੈ? ਗੁਰੂ ਦੀਆਂ ਸਿੱਖ ਸੰਗਤਾਂ। ਮਾਘ ਮੱਜਨ ਸੰਗ ਸਾਧੂ ਆ। ਸਤਿਗੁਰ ਕਹਿੰਦੇ ਜਿਨ੍ਹਾਂ ਨੇ ਮਨ ਸਾਧਿਆ ਹੋਇਆ ਐਸੇ ਸਾਧੂਆਂ ਦਾ ਸੰਗ ਮਾਘ ਦੇ ਮਹੀਨੇ ਕਰਿਆ ਕਰ, ਨਾਲੇ ਕਰਿਆ ਕਰ ਮੱਜਨ ਇਸ਼ਨਾਨ। ਅੰਦਰੋਂ ਬਾਹਰ ਦੇ ਇਸ਼ਨਾਨਾਂ ਦਾ ਜ਼ਿਕਰ ਇਹਨਾਂ ਨਹੀਂ ਕੀਤਾ ਸਾਹਿਬ ਨੇ। ਤੀਰਥਾਂ ਤੇ ਦੁਨੀਆ ਨਹਾਉਂਦੀ ਫਿਰਦੀ ਆ, ਮਨ ਖੋਟੇ ਤਨ ਚੋਰ। ਤੇ ਖੰਡਨ ਵੀ ਤੀਰਥਾਂ ਦਾ ਕਿਤੇ ਨਹੀਂ ਕੀਤਾ ਵੀ ਤੀਰਥਾਂ ਤੇ ਜਾਣਾ ਹੀ ਨਹੀਂ ਚਾਹੀਦਾ। ਤੀਰਥ ਪਵਿੱਤਰ ਨੇ, ਪਿਆਰੇ ਨੇ, ਚੰਗੇ ਨੇ, ਵੱਡੇ ਨੇ, ਪਰ ਸਭ ਤੋਂ ਵੱਡਾ ਤੀਰਥ ਸਾਧੂ ਦਾ ਸੰਗ, ਸਤ ਦੀ ਸੰਗਤ ਹੈ। ਧੂੜੀ ਕਰ ਇਸ਼ਨਾਨ। ਗੁਰੂ ਬਾਬਾ ਜੀ ਕਹਿੰਦੇ ਧੂੜੀ ਕਰ ਇਸ਼ਨਾਨ। ਓਏ ਸਾਧੂਆਂ ਸਿੱਖ ਸੰਗਤਾਂ ਦੀ ਧੂੜੀ ਵਿੱਚ ਇਸ਼ਨਾਨ ਕਰੀ ਮਾਘ ਦੇ ਮਹੀਨੇ 'ਚ। ਇਹਦਾ ਭਾਵ ਕੀ ਹੈ? ਧੂੜੇ ਨਹੀਂ ਵੀ ਮਿੱਟੀ ਚੁੱਕ ਮੱਥੇ ਲਾਈ ਚੱਲ, ਜੇ ਕਿਸੇ ਨੇ ਮੰਗ ਲਿਆ ਪਾਣੀ ਤੇ ਖਾਣ ਨੂੰ ਪਾਇਆ ਵੀ ਧੂੜ ਲਾਈ ਹੋਈ ਹੈ। ਇਹਦਾ ਵਿਰੋੜਾ ਨਹੀਂ। ਧੂੜੀ ਤੋਂ ਭਾਵ ਨਿਮਰਤਾ 'ਚ ਹੈ। ਨਿਮਰਤਾ 'ਚ ਚੁੱਭੀ ਲਾ ਇੰਨਾ ਨੀਵਾਂ ਹੋ ਜਾ ਤੇ ਇੱਥੋਂ ਕੋਈ ਪਾਣੀ ਮੰਗੇ ਦੁੱਧ ਪਿਲਾ। ਮਾਘ ਦਾ ਮਹੀਨਾ ਹੈ, ਲੋਕੀ ਦਾਨ ਕਰਦੇ ਆ ਨਾ। ਸਤਿਗੁਰ ਕਹਿੰਦੇ ਆਪਣੇ ਜੀਵਨ ਵਿੱਚ ਜੀ ਦਇਆ ਪ੍ਰਵਾਨ ਕਰ, ਕੁਝ ਚੰਗਾ ਦਾਨ ਕਰ, ਕੁਝ ਸਿੱਖ। ਸਤ ਸੰਗ ਦੀ ਧੂੜੀ ਨਹਾਇਆ ਕਰ। ਕੱਪੜ ਝਾੜ ਵਿਛਾਏ ਧੂੜੀ ਨਹਾਇਆ। ਭਾਈ ਗੁਰਦਾਸ ਕਹਿੰਦੇ ਸੰਗਤ ਦੀਆਂ ਚਾਦਰਾਂ ਝਾੜੋ, ਚਰਨ ਧੂੜ ਲੈ ਲਓ। ਮਨ ਕਰਕੇ ਨੇ ਨੀਵੇਂ ਹੋ ਜੋ, ਸੰਗਤ ਦੀ ਸੇਵਾ ਕਰੀਏ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਅਗਲਾ ਬਚਨ ਆਖਿਆ ਜਿਵੇਂ ਲੋਕ ਤੀਰਥਾਂ ਤੇ ਨਹਾ ਕੇ ਭਗਤੀ ਕਰਦੇ ਆ ਨਾ, ਸਾਹਿਬ ਕਹਿੰਦੇ ਹਰ ਕਾ ਨਾਮ ਧਿਆਏ।
ਧਿਆਇਆ ਕਰ। ਤੇ ਅਗਲਾ ਬਚਨ ਸੁਣ, ਸੁਣਿਆ ਵੀ ਕਰ। ਸਭਨਾਂ ਨੂੰ ਕਰ ਦਾਨ। ਸਭਨਾਂ ਨੂੰ ਕਿਹੜਾ ਦਾਨ ਕਰਨਾ? ਅਸੀਂ ਸਾਰਿਆਂ ਨੂੰ ਕੀ ਦਾਨ ਕਰ ਸਕਦੇ? ਕਰ ਸਕਦੇ ਹਾਂ ਪੈਸੇ ਸਭ ਨੂੰ ਦਾਨ, ਪਦਾਰਥ ਦੇ ਸਕਦੇ ਹਾਂ ਸਾਰਿਆਂ ਨੂੰ? ਨਹੀਂ। ਸਭਨਾਂ ਨੂੰ ਕਰ ਦਾਨ। ਉਹ ਕੀ ਸੀ? ਹਰ ਕਾ ਨਾਮ ਧਿਆਏ ਸੁਣ। ਪਾਤਸ਼ਾਹ ਕਹਿੰਦੇ ਹਰੀ ਦਾ ਨਾਮ ਧਿਆਇਆ ਕਰ, ਸੁਣਿਆ ਕਰ, ਜਪਿਆ ਕਰ। ਤੇ ਦਾਨ ਕਿਵੇਂ ਕਰਨਾ ਹੈ? ਸਭਨਾਂ ਨੂੰ ਕਰ ਦਾਨ। ਜਪਾਇਆ ਕਰ, ਆਖੋ ਸਤਿਨਾਮ ਸਿਮਰਨ ਕਰਾਇਆ ਕਰ। ਕਿਉਂਕਿ ਜਦ ਚੁੱਭੀ ਲਾਏਗਾ ਨਾ, ਇਸ਼ਨਾਨ ਤੇ ਸਿਮਰਨ ਦੋ ਚੀਜ਼ਾਂ ਇਕੱਠੀਆਂ ਨੇ। ਤੀਰਥ ਇਸ਼ਨਾਨ ਕਰੇਗਾ ਬੰਦਾ, ਭਗਤੀ ਕਰਦਾ ਹੈ। ਗੰਗਾ ਤੇ ਜਾ ਕੇ ਲੋਕੀ ਇਸ਼ਨਾਨ ਕਰਦੇ ਆ, ਮੰਤਰਾਂ ਦਾ ਗਾਇਤਰੀ ਮੰਤਰ ਪੜ੍ਹਦੇ ਆ, ਉਚਾਰਨ ਕਰਦੇ ਆ। ਗੁਰੂ ਸਾਹਿਬ ਕਹਿੰਦੇ ਸਤ ਸੰਗ ਦੀ ਧੂੜੀ ਵਿੱਚ ਨਹਾਇਆ ਕਰ, ਸਭਨਾਂ ਨੂੰ ਕਰ ਦਾਨ। ਸਭ ਨੂੰ ਦਾਨ ਕਰ। ਤੇ ਬਾਹਰਲਾ ਅਰਥ ਦੁਨਿਆਵੀ ਤੌਰ ਤੇ ਦਾਨ ਪੁੰਨ ਕਰੋ, ਰੋਗ ਕੱਟੇ ਜਾਂਦੇ ਆ, ਦਸਵੰਧ ਨਿਕਲਦਾ ਰਹਿੰਦਾ ਹੈ, ਬਿਮਾਰੀ ਨਹੀਂ ਲੱਗਦੀ ਕੋਈ। ਤੇ ਜਿਹੜੇ ਲੋਕ ਦਸਵੰਧ ਨਹੀਂ ਕੱਢਦੇ, ਉਹਨਾਂ ਦਾ ਦਸਵੰਧ ਜਾਂ ਸਰਕਾਰਾਂ ਕੋਲੇ ਜਾਂਦਾ ਹੈ ਜਾਂ ਫਿਰ ਵੱਡੇ ਵੱਡੇ ਹਸਪਤਾਲਾਂ। ਜੋ ਬਾਬੇ ਕੇ ਦਾਨ ਨਾ ਦੇ ਹੈ, ਸੋ ਬਾਬਰ ਕੇ ਨਿਜ ਬਲ ਸੇ ਲੈ। ਬਾਬਰਾਂ ਨੂੰ ਦੇਣਾ ਪੈਂਦਾ, ਨਿਕਲਦਾ ਇੱਥੇ ਨਿਕਲੀ ਜਾਂਦਾ ਹੈ। ਕਹਿੰਦੇ ਦਾਨ ਕਰੋ ਕਿਸੇ ਗਰੀਬ ਨੂੰ, ਲੋੜਵੰਦ ਨੂੰ, ਗਊ ਨੂੰ, ਭੁੱਖਿਆਂ ਪਿਆਸਿਆਂ ਨੂੰ। ਆਹ ਦਿਨ ਹੈ, ਅੱਧ ਦੀ ਠੰਡ 'ਚ ਕੋਈ ਸੁੱਤਾ ਪਿਆ, ਕੰਬਲ ਰਜ਼ਾਈ ਲੈ ਦਿਓ, ਕੀ ਫਰਕ ਪੈਂਦਾ ਹੈ? ਕੋਈ ਪੈਰਾਂ ਤੋਂ ਨੰਗਾ ਤੁਰਿਆ ਫਿਰਦਾ, ਜੋੜਾ ਪਾ ਦਿਓ, ਭੁੱਖੇ ਨੂੰ ਰੋਟੀ ਖਵਾ ਦਿਓ, ਪਾਣੀ ਪਿਲਾ ਦਿਓ। ਸਾਹਿਬ ਕਹਿੰਦੇ ਦਾਨ ਕਰਿਆ ਕਰ ਭਾਈ, ਹਰੀ ਦਾ ਨਾਮ ਜਪਿਆ ਸੁਣਿਆ ਕਰ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਜਨਮ ਕਰਮ ਮਲ ਉਤਰੈ। ਕਹਿੰਦੇ ਜਨਮਾਂ ਜਨਮਾਂ ਦੀ ਕਰਮਾਂ ਕਰਕੇ ਜਿਹੜੀ ਮੈਲ ਲੱਗੀ ਹੋਈ ਹੈ ਨਾ, ਇਹ ਤਾਂ ਲੱਥੂਗੀ ਜੇ ਸਾਰਾ ਕੁਝ ਕਰੇਗਾ। ਫਿਰ ਫਰਕ ਕੀ ਪੈਣਾ? ਮਨ ਤੇ ਜਾਏ ਗੁਮਾਨ। ਗੁਮਾਨ ਹੰਕਾਰ, ਹਉਮੈ। ਸਾਹਿਬ ਕਹਿੰਦੇ ਮਨ ਤੋਂ ਗੁਮਾਨ ਨਿਕਲੇਗਾ ਕਿਵੇਂ? ਜਦੋਂ ਨਿਮਰਤਾ ਦਾ ਝਾੜੂ ਲਾਏਗਾ। ਰੌਲਾ ਤੇ ਇੱਧਰ ਦਾ ਸੀ, ਮਨ ਹੰਕਾਰੀ ਹੋਇਆ ਫਿਰਦਾ। ਮੈਂ ਕਹਿੰਦਾ ਮੇਰੇ ਬਰਕਤਾਂ ਨਹੀਂ ਕੋਈ, ਮੈਂ ਤੇ ਛਬੀਲ ਲਾਉਣਾ ਰੋਡ ਤੇ, ਮੈਂ ਤੇ ਕੰਬਲ ਵੰਡ ਦਿੰਦਾ ਜੀ, ਮੇਰੀ ਫੋਟੋ ਪਾਇਆ ਕਰੋ, ਮੈਂ ਤੇ ਇੰਨੇ ਪਰਿਵਾਰ ਨੂੰ ਰਾਸ਼ਨ ਦੇ ਰਿਹਾ। ਕਿਹੜੇ ਪਾਸੇ ਤੁਰੇ ਕਰਦੇ? ਹਾਂ ਕਰੋ, ਗੁਪਤ ਕਰਕੇ ਦਾਨ ਕਰੋ, ਸੇਵਾ ਕਰੋ, ਸਿਮਰਨ ਕਰੋ, ਚੰਗੇ ਕੰਮ ਨੇ। ਗੁਮਾਨ ਲਾਉਣ ਵਾਸਤੇ ਦਾਨ ਕਰਨਾ ਸੀ, ਉਹੀ ਚੱਕੀ ਫਿਰਦਾ ਮੈਂ ਦਾਨ ਕੀਤਾ, ਮੈਂ ਆਹ ਕੀਤਾ। ਸਤਿਗੁਰ ਕਹਿੰਦੇ ਮਨ ਤੇ ਜਾਏ ਗੁਮਾਨ। ਤੇਰੇ ਮਨ ਤੋਂ ਗੁਮਾਨ ਹੰਕਾਰ ਚਲਿਆ ਜਾਏਗਾ। ਜਨਮਾਂ ਜਨਮਾਂ ਦੇ ਕਰਮਾਂ ਦੀ ਮੈਲ ਜਿਹੜੀ ਲੱਗੀ ਹੈ ਨਾ, ਉਹ ਕੱਟੀ ਤਾਂ ਜਾਣੀ ਹੈ। ਮਾਘ ਮੱਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ। ਇਸ਼ਨਾਨ ਕਰ ਪਹਿਲਾਂ ਕਿ ਨਿਮਰਤਾ ਦੇ ਵਿੱਚ ਸਤ ਸੰਗ ਦੀ ਧੂੜ ਲੈ, ਨੀਵਾਂ ਹੋ ਕੇ ਚੱਲ। ਕਾਮ ਕਰੋਧ ਨ ਮੋਹੀਏ, ਬਿਨ ਸੇ ਲੋਭ ਸਵਾਨ। ਸਾਹਿਬ ਕਹਿੰਦੇ ਫਿਰ ਤੈਨੂੰ ਫਾਇਦਾ ਹੋਏਗਾ, ਲਾਭ ਹੋਏਗਾ। ਕਾਮ ਕ੍ਰੋਧ ਨਾ ਮੋਹੀ ਹੈ, ਤੈਨੂੰ ਮੋਹ ਨਹੀਂ ਸਤਾਏਗਾ, ਕਾਮ ਨਹੀਂ ਸਤਾਏਗਾ, ਕ੍ਰੋਧ ਨਹੀਂ ਸਤਾਏਗਾ। ਬਿਨ ਸੈ ਲੋਭ ਸਵਾਨ। ਚੌਥਾ, ਲੋਭ ਦਾ ਕੁੱਤਾ ਤੰਗ ਨਹੀਂ ਕਰੇ। ਲੋਭੀ ਨੂੰ ਕਿੰਨਾ ਮਾੜਾ ਕਿਹਾ? ਲੋਭ ਕੀ ਹੈ? ਕੁੱਤੇ ਦੀ ਆਦਤ ਹੈ ਲੋਭ ਕਰਨਾ। ਉਹ ਹੱਡੀ ਚੂਸਦਾ ਰਹਿੰਦਾ ਹੈ, ਉਹਦੇ ਆਪਣੇ ਹੀ ਮੂੰਹ ਦਾ, ਜੀਭ ਦਾ ਖੂਨ ਮੂੰਹ ਨੂੰ ਲੱਗਿਆ, ਪਰ ਉਹਨੂੰ ਲੱਗਦਾ ਹੱਡੀ ਚੋਂ ਰਸ ਆਉਂਦਾ ਹੈ। ਕੁੱਤੇ ਦੀ ਰਸ ਹੈ ਨਾ ਹੱਡੀ ਦਾ। ਇਸੇ ਕਰਕੇ ਕਹਿੰਦੇ ਕੁੱਤੇ ਦੀ ਹੱਡੀ ਮੂੰਹ ਲੱਗੀ ਮਾੜੀ ਹੈ। ਸਾਹਿਬ ਕਹਿੰਦੇ ਬਿਨ ਸੈ ਲੋਭ ਸਵਾਨ। ਸਵਾਨ ਨਾਮ ਹੈ ਕੁੱਤੇ ਦਾ। ਪਾਤਸ਼ਾਹ ਕਹਿੰਦੇ ਬੰਦਿਆ ਤੈਨੂੰ ਕੁੱਤੇ ਵਾਲਾ ਲੋਭ ਲੱਗਾ ਹੋਇਆ ਅੰਦਰੋਂ, ਕਾਮ ਦਾ, ਕ੍ਰੋਧ ਦਾ। ਇੱਕ ਇਕੱਲੇ ਕਾਮ ਦਾ ਨਹੀਂ, ਕਾਮ ਕ੍ਰੋਧ ਨਾ ਮੋਹੀ ਹੈ। ਬਿਨ ਸੈ ਲੋਭ ਸਵਾਨ। ਕਹਿੰਦੇ ਆ ਤਿੰਨ ਚੀਜ਼ਾਂ ਲਈ ਫਿਰਦੀਆਂ, ਕਾਮ ਕ੍ਰੋਧ ਤੇ ਮੋਹ। ਚੌਥਾ ਪਿੱਛੇ ਦੱਸ ਆਇਆ, ਮਨ ਤੇ ਲਾਏ ਗੁਮਾਨ। ਛੱਡ ਦੇ ਇਹਨੂੰ, ਚੰਗਾ ਰਹੇਗਾ। ਪਾਤਸ਼ਾਹ ਕਹਿੰਦੇ ਆ ਸਵਾਨ ਵਾਲਾ ਹਾਲ ਤੇਰਾ ਹੋਇਆ ਪਿਆ, ਕੁੱਤੇ ਵਾਲੀ ਹਾਲਤ ਤੇਰੀ ਬਣ ਗਈ ਹੈ। ਸਵਾਨ ਪੂਛ ਜਿਉ ਭਇਓ ਨਾ ਸੂਤੋ, ਬਹੁਤ ਯਤਨ ਮੈਂ ਕੀਨੋ। ਜਿਵੇਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੋ ਸਕਦੀ, ਪਾਤਸ਼ਾਹ ਕਹਿੰਦੇ ਬੰਦਿਆ ਤੇਰਾ ਮਨ ਕਿਹੜਾ ਸਿੱਧਾ ਹੋ ਰਿਹਾ? ਤੂੰ ਧਰਮ ਕਮਾ ਕੇ ਵੀ ਧਰਮੀ ਨਹੀਂ ਬਣ ਸਕਦਾ। ਤੇਰੇ ਅੰਦਰ ਤੋਂ ਇਹ ਵਿਕਾਰ ਹੀ ਨਹੀਂ ਜਾ ਰਹੇ। ਅਰਦਾਸ ਕਰਿਆ ਕਰ ਗੁਰੂ ਅੱਗੇ, ਸਾਹਿਬ ਜੀਓ ਆ ਸਵਾਨ ਵਾਲਾ ਹਾਲ ਮੇਰਾ ਨਾ ਹੋਵੇ। ਕੁੱਤਾ ਵਫਾਦਾਰ ਵੀ ਹੈ, ਪਰ ਕੁੱਤੇ ਵਰਗਾ ਲੋਭੀ ਕੋਈ ਨਹੀਂ। ਬਚਪਨ 'ਚ ਪੜ੍ਹਦੇ ਹੁੰਦੇ ਸੀ ਨਾ, ਲਾਲਚੀ ਕੁੱਤਾ, ਬਹੁਤ ਪੁਰਾਣੀ ਹੈ, ਹੰਗਰੀ ਡੌਗ। ਹਰ ਬੱਚਾ ਪੜ੍ਹਦਾ ਹੈ। ਉਹ ਇੱਕ ਮੋਰਲ ਸੀ, ਇੱਕ ਸਿੱਖਿਆ ਸੀ।
ਵੇਖੀ ਬੰਦਿਆ ਕੁੱਤੇ ਨਾਲੋਂ ਭੈੜਾ ਨਾ ਹੋ ਜੀ, ਕਿਉਂਕਿ ਲਾਲਚੀ ਇੱਕ ਕੂਕਰ ਹੈ, ਲਾਲਚ ਇੱਕ ਕੁੱਤਾ ਏ। ਜਦੋਂ ਲਾਲਚ ਦਾ ਕੁੱਤਾ ਅੰਦਰੋਂ ਭੌਂਕਦਾ ਫਿਰ ਕਿਹੜੀ ਭੈਣ ਤੇ ਕਿਹੜੀ ਭੂਆ। ਵੇਖਦੇ ਹੋ ਨਾ ਸੰਸਾਰ 'ਚ, ਮੈਂ ਹੀ ਆ, ਹੋਰ ਕੋਈ ਨਹੀਂ ਭੂਆ, ਇੱਕੋ ਚੱਲਦਾ। ਗੁਰੂ ਸਾਹਿਬ ਕਹਿੰਦੇ ਬਿਨ ਸਹਿ ਲੋਭ ਸੁਆਨ, ਇਹ ਮਰ ਜਾਏਗਾ ਕੁੱਤਾ, ਇਹ ਭੌਂਕਣਾ ਬੰਦ ਕਰ ਦੇਗਾ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਤੇ ਬਚਨ ਕੀਤਾ ਸਾਹਿਬ ਜੀ ਨੇ, ਕਹਿੰਦੇ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸੱਚਾ ਮਾਰਗ ਕੀ ਹੈ? ਮੈਂ ਕਹਿੰਦਾ ਜਿਸ ਪੰਗਤੀ ਦੇ ਨਜਾਇਜ਼ ਅਰਥ ਕਰਦੇ ਆ ਲੋਕ। ਸੱਚਾ ਮਾਰਗ ਆ ਸੱਚ ਦਾ, ਕਹਿ ਰਹੇ ਆ ਸੱਚਾ ਮਾਰਗ ਚੱਲਦੇ ਆ। ਪੰਥ ਧਰਮ ਸੱਚਾ ਰਾਹ ਏ, ਗੁਰੂ ਦੀ ਮੱਤ ਸੱਚਾ ਰਾਹ ਏ। ਅਸੀਂ ਗੁਰੂ ਘਰ ਵੀ ਆਈਏ, ਮੰਦਰ ਵੀ ਜਾਈਏ, ਮਸਜਿਦ ਵੀ ਜਾਈਏ, ਆਪਣੇ ਆਪਣੇ ਧਰਮ ਦੇ ਮੁਤਾਬਕ। ਨਾ ਸੱਚ ਕਮਾਇਆ, ਨਾ ਸੱਚ ਤੇ ਖੜੇ, ਬੇਗਾਨੀ ਇਮਾਨਤ ਨੂੰ ਕਦੇ ਬੇਗਾਨੀ ਦੱਸਿਆ ਹੀ ਨਹੀਂ, ਆਪਣੀ ਮੰਨ ਲਿਆ। ਪਰਾਈ ਇਮਾਨਤ ਨੂੰ ਪਰਾਈ ਨਹੀਂ ਕਿਹਾ, ਆਪਣੀ ਮੰਨ ਲਿਆ। ਗੁਰੂ ਸਾਹਿਬ ਕੀ ਕਹਿੰਦੇ ਆ? ਕਹਿੰਦੇ ਦੁਖੀ ਹੋਏਗਾ ਤੂੰ ਸੱਚੇ ਮਾਰਗ ਤੇ ਨਹੀਂ ਚੱਲਦਾ। ਸੱਚਾ ਮਾਰਗ ਕੀ ਹੈ? ਤੇਰੀ ਵਸਤੂ ਸਿਰਫ ਤੇਰੀ ਹੈ, ਮੇਰੀ ਭਾਵੇਂ ਘੱਟ ਵੀ ਹੈ ਤੇ ਮੈਂ ਘੱਟ ਨਾਲ ਗੁਜ਼ਾਰਾ ਕਰਨਾ। ਤੈਨੂੰ 4 ਰੋਟੀਆਂ ਮਿਲੀਆਂ, ਤੂੰ 4 ਨਾਲ ਖਾ, ਮੈਂ ਨਹੀਂ ਖਾ ਸਕਦਾ। ਮੈਨੂੰ ਰੱਬ ਨੇ 2 ਦਿੱਤੀਆਂ, ਮੈਂ 2 ਵਿੱਚ ਸ਼ੁਕਰ ਕਰਦਾ, ਖੁਸ਼ ਹਾਂ, ਉਹਨੇ ਮੈਨੂੰ ਲਾਇਕ ਜਾਣ ਕੇ ਦਿੱਤੀਆਂ ਨੇ। ਇਹ ਹੈ ਸੱਚਾ ਮਾਰਗ। ਸਾਹਿਬ ਕਹਿੰਦੇ ਸੱਚੇ ਮਾਰਗ ਤੇ ਚੱਲੇਗਾ, ਉੱਥੇ ਕਾਮ ਵੀ ਨਹੀਂ ਹੋਣਾ, ਕ੍ਰੋਧ ਵੀ ਨਹੀਂ ਹੋਣਾ, ਲੋਭ ਵੀ ਨਹੀਂ ਹੋਣਾ, ਮੋਹ ਵੀ ਨਹੀਂ ਹੋਣਾ ਤੇ ਗੁਮਾਨ ਵੀ ਨਹੀਂ ਹੋਣਾ। ਸ਼ਬਦ ਦਾ ਸਾਰਾਂਸ਼ ਹੈ। ਫਿਰ ਕੀ ਹੋਏਗਾ? ਉਸਤਤ ਕਰੇ ਜਹਾਨ। ਤੇਰੀ ਜਹਾਨਾਂ ਵਿੱਚ ਉਸਤਤ ਹੋਏਗੀ। ਜਹਾਨ ਸ਼ਬਦ ਆਇਆ, ਇਹਦਾ ਭਾਵ ਦੁਨੀਆ ਨਹੀਂ। ਤਿੰਨੇ ਲੋਕ ਤੇਰੀ ਸਿਫਤ ਕਰਨਗੇ, ਆਖੋ ਸਤਿਨਾਮ। ਤਿੰਨੇ ਜਹਾਨਾਂ ਦੇ ਵਿੱਚ ਤੇਰੀ ਉਸਤਤ ਹੋਏਗੀ, ਤੂੰ ਸੱਚ ਦੇ ਰਾਹ ਤੇ ਚੱਲੇ। ਸੱਚਾ ਮਾਰਗ ਕਿਹੜਾ ਸੀ? ਭਗਤ ਪ੍ਰਹਿਲਾਦ ਜੀ ਦਾ। ਦੁੱਖ ਝੱਲੇ, ਪਰ ਅੱਜ ਵੀ ਤਿੰਨੇ ਜਹਾਨਾਂ ਵਿੱਚ ਉਹਨਾਂ ਦੀ ਹੁਕਮਾ ਹੁੰਦੀ ਹੈ। 68 ਤੀਰਥ ਸਗਲ ਪੁੰਨ। ਗੁਰੂ ਸਾਹਿਬ ਕਹਿੰਦੇ ਇਸ ਮਹੀਨੇ ਵਿੱਚ ਲੋਕ 68 ਤੀਰਥ ਸਗਲ ਪੁੰਨ, 68 ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਆ, ਪੁੰਨ ਦਾਨ ਕਰਦੇ ਆ। ਲੋਕੀ ਪੰਡਤਾਂ ਕੋਲ ਜਾ ਕੇ ਕੱਪੜੇ ਦਾਨ, ਪਿੰਡ ਦਾਨ, ਗਊ ਦਾਨ ਕਰ ਰਹੇ ਆ, ਕੋਈ ਕੁਛ ਕਰਦਾ। ਪਰ ਸਤਿਗੁਰ ਕਹਿੰਦੇ ਇਹ ਦਾਨ ਥੋੜੀ ਨੇ, ਸਭ ਤੋਂ ਵੱਡਾ ਦਾਨ ਕੀ ਹੈ? ਜੀ ਦਇਆ ਪ੍ਰਵਾਨ, ਕਿਸੇ ਜੀਵ ਤੇ ਤਰਸ ਕਰਨਾ। ਇੱਥੇ ਤੇ ਲੋਕੀ ਕਿਲੋ ਮੀਟ ਡਕਾਰ ਕੇ ਕਹਿੰਦੇ ਅਸੀਂ ਦਾਨ ਕਰਦੇ ਹਾਂ ਜੀ, ਸਾਨੂੰ ਤੇ ਤਰਸ ਹੀ ਬੜਾ, ਹਮਦਰਦੀ ਬੜੀ ਲੋਕਾਂ ਨਾਲ। ਨਾ, ਕਿਸੇ ਦੀ ਗਲਤੀ ਮਾਫ ਕਰ ਦੇ, ਕਿਸੇ ਦੇ ਔਗਣ ਨੂੰ ਚਿਤਾਰਨਾ ਬੰਦ ਕਰ ਦੇ। ਇਹਨੂੰ ਕਹਿੰਦੇ ਸਾਹਿਬ ਜੀ ਦਇਆ ਪ੍ਰਵਾਨ। ਰੱਬ ਦੇ ਬਣਾਏ ਜੀਵਾਂ ਤੇ ਦਇਆ ਕਰਨ ਲੱਗ ਜਾ। 68 ਤੀਰਥਾਂ ਦੇ ਇਸ਼ਨਾਨ ਤੇ ਦਾਨ ਦੀ ਲੋੜ ਨਹੀਂ। ਸਭ ਤੋਂ ਵੱਡਾ ਦਾਨ ਹੈ ਕਿਸੇ ਤੇ ਤਰਸ ਕਰਨਾ। ਆਖੋ ਸਤਿਨਾਮ। ਜੀ ਦਇਆ ਪ੍ਰਵਾਨ ਗੁਰਬਾਣੀ ਹੈ। 68 ਤੀਰਥਾਂ ਤੇ ਧੱਕੇ ਖਾਣ ਦੀ ਲੋੜ ਨਹੀਂ, ਉਲਝਣ ਦੀ ਲੋੜ ਨਹੀਂ। ਉਮਰਾਂ ਲੰਘ ਜਾਂਦੀਆਂ ਨੇ, ਪਾਤਸ਼ਾਹ ਕਹਿੰਦੇ ਤਰਸ ਕਰਨ ਲੱਗ ਜਾ। ਆ ਗਲੀ ਦੇ ਕੁੱਤਿਆਂ ਦੇ ਪੱਥਰ ਮਾਰਨੋਂ ਹਟ ਜਾ, ਰੋਟੀ ਦੇਣ ਲੱਗ ਜਾ, ਪਾਣੀ ਪਿਲਾਉਣ ਲੱਗ ਜਾ, ਕਿਸੇ ਗਰੀਬ ਦੀ ਛਿੱਲ ਲਾਉਣੋਂ ਹਟ ਜਾ, ਕਿਸੇ ਨਾਲ ਧੱਕਾ ਕਰਨੋਂ ਹਟ ਜਾ। ਸਾਨੂੰ ਪਤਾ ਹੁੰਦਾ ਹੈ ਮੈਂ ਇਸ ਬੰਦੇ ਨੂੰ ਨਜਾਇਜ਼ ਤੰਗ ਕਰਦਾ, ਪਰ ਸਾਨੂੰ ਸਵਾਦ ਹੁੰਦਾ ਹੈ। ਪਾਤਸ਼ਾਹ ਕਹਿੰਦੇ ਨਾ ਕਰ। 68 ਤੀਰਥਾਂ ਤੇ ਜਾਣ ਦਾ ਕੀ ਫਾਇਦਾ ਜੇ ਅੰਦਰ ਬੇਈਮਾਨਾ ਖੜੇ, ਅੰਦਰ ਤੇ ਠੱਗੀ ਹੈ, ਮੁਖ ਮੇ ਰਾਮ ਰਾਮ ਬਗਲ ਮੇ ਛੁਰੀ। ਕਾਹਦੀ ਭਗਤੀ ਹੈ? ਇਹ ਸੱਜਣ ਠੱਗ ਹੈ। ਸਪਸ਼ਟ ਕਹਿ ਦਿੱਤਾ ਕਿ ਜੀ ਦਇਆ ਪ੍ਰਵਾਨ। ਰੱਬ ਦੇ ਬਣਾਏ ਜੀਵਾਂ ਤੇ ਤਰਸ ਕਰ, ਦਇਆ ਕਰ, ਤੇਰਾ ਸਭ ਤੋਂ ਵੱਡਾ ਤੀਰਥ ਇਸ਼ਨਾਨ ਹੋਏਗਾ। ਜੀ ਦਇਆ ਪ੍ਰਵਾਨ। ਸਤਿਗੁਰ ਕਹਿੰਦੇ ਜੀ ਦਇਆ ਪ੍ਰਵਾਨ, ਇਹੋ ਹੀ ਰੱਬ ਨੂੰ ਪ੍ਰਵਾਨ ਹੈ। ਜੀਵਾਂ ਤੇ ਦਇਆ ਕਰਨੀ, ਤਰਸ ਕਰਨਾ। ਜੀਵ ਹੱਤਿਆ ਕਰਕੇ ਬਲੀ ਚਾੜ ਕੇ ਬੰਦਾ ਆਖਿਰ ਰੱਬ ਮੇਰੇ ਤੇ ਖੁਸ਼ ਹੋ। ਮੈਂ ਬੱਕਰੇ ਦੀ ਬਲੀ ਚਾੜਤੀ ਜੀ, ਮੈਂ ਊਠ ਦੀ ਬਲੀ ਦੇਤੀ, ਮੈਂ ਕੁੱਲੂ ਦੀ ਬਲੀ ਦੇਤੀ, ਸ਼ਾਇਦ ਰੱਬ ਖੁਸ਼ ਹੋਊ, ਸੁਖੀ ਹੋ ਜਾਾਂਗੇ। ਨਹੀਂ, ਸਾਹਿਬ ਕਹਿੰਦੇ ਪ੍ਰਵਾਨ ਨਹੀਂ ਕਹਿ, ਪਰਮਾਨੈਂਟ ਰੱਬ ਦੇ ਘਰ ਦੇ ਵਿੱਚ। ਤਰਸ ਕਰਨ ਲੱਗ ਜਾ ਸਾਰਿਆਂ ਤੇ। ਕਿਸੇ ਨੂੰ ਛੋਟਾ ਨਾ ਜਾਣਾ, ਕੋਈ ਪਤਾ ਨਹੀਂ, ਛੋਟਾ ਕੁਝ ਵੱਡਾ ਹੋ ਜਾਏ। ਕਿਸੇ ਨੂੰ ਵੱਡਾ ਸਮਝ ਕੇ ਸਲਾਮ ਨਾ ਕਰ। ਰੱਬ ਨੂੰ ਮੰਨ, ਉਹਦਾ ਪਿਆਰ ਦੇਖ ਸਾਰਿਆਂ ਦੇ ਵਿੱਚ ਤੇ ਸਭ ਤੇ ਤਰਸ ਕਰ। ਜਿੰਨਾ ਕਰ ਸਕਦਾ ਆਪਣੇ ਵੱਲੋਂ ਤਰਸ ਕਰ। ਸਾਹਿਬ ਕਹਿੰਦੇ ਤੇਰੀ ਇਹ ਦਇਆ ਨੇ ਵੱਡਿਆਂ ਹੋਣਾ। ਪੰਥ ਵਿੱਚ ਸਭ ਤੋਂ ਪਹਿਲਾਂ ਦਇਆ ਆਈ ਹੈ, ਬਾਕੀ ਸਭ ਕੁਝ ਬਾਅਦ ਆਇਆ।
ਬਾਣੀ ਲਿਖਦੀ ਨਾ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਬਟ। ਧਰਮ ਦਾ ਪਹਿਲਾ ਮੂਲ ਦਇਆ ਹੈ। ਗੁਰੂ ਕਹਿੰਦੇ ਦਇਆ ਕਰਿਆ ਕਰ, ਤੇਰਾ ਤੀਰਥ ਇਸ਼ਨਾਨ ਹੋਵੇਗਾ। ਜਿਸਨੂੰ ਦੇਵੈ ਦਿਆ ਕਰ, ਸੋਈ ਪੁਰਖ ਸੁਜਾਨ। ਜਿਸ ਨੂੰ ਦੇਵੈ ਦਇਆ ਕਰ, ਜਿਵੇਂ ਪਰਮਾਤਮਾ ਸਭ ਨੂੰ ਦਿੰਦਾ ਦਇਆ ਕਰਕੇ, ਸੋਈ ਪੁਰਖ ਸੁਜਾਨ, ਉਹ ਸਿਆਣਾ ਵੱਡਾ ਪੁਰਖ ਹੈ। ਕਹਿੰਦੇ ਤੂੰ ਜਦੋਂ ਦਇਆ ਕਰਨ ਲੱਗ ਜਾਏਗਾ, ਦਾਨ ਕਰਿਆ ਇੰਨੀ ਸਿਫਤ ਨਹੀਂ ਹੋਣੀ ਜਿੰਨਾ ਤਰਸ ਕਰਿਆ ਤੋਂ ਹੋਣੀ। ਤੁਸੀਂ ਕਿਸੇ ਨੂੰ ਮਾਫ ਕਰ ਦਿਓ, ਅਗਲਾ ਵੀ ਨੂੰ ਜਾ ਕੇ ਕਹਿੰਦਾ ਹੈ ਮੈਂ ਗਲਤ ਸੀ ਜੀ, ਮੇਰੇ ਗੁਨਾਹ ਸੀ, ਪਰ ਉਸ ਭੱਦਰ ਪੁਰਸ਼ ਨੇ ਮੈਨੂੰ ਮਾਫ ਕਰਤਾ। ਕੱਲਾ ਮਾਫ ਨਹੀਂ ਕੀਤਾ, ਮਾਫ ਕਰਕੇ ਉਹ ਐਸ ਟੂ ਪਹਿਲਾਂ ਵਾਂਗੂ ਚੱਲਦਾ ਮੇਰੇ ਨਾਲ, ਰੱਖਦਾ ਹੀ ਨਹੀਂ ਵੈਰ ਵਿਰੋਧ। ਸਤਿਗੁਰ ਕਹਿੰਦੇ ਵੱਡਾ ਹੋ ਜਾਏਗਾ ਭਾਈ। ਜੀਵਾਂ ਤੇ ਦਇਆ ਜਦੋਂ ਤੇਰੀ ਹੋਣ ਲੱਗ ਪਈ ਨਾ, ਪੁਰਖ ਸੁਜਾਨ, ਜਿਵੇਂ ਉਹ ਰੱਬ ਕਦੇ ਕਿਸੇ ਦੀ ਔਗਣ ਥੋੜੀ ਚਤਾਰਦਾ ਹੈ, ਉਹ ਥੋੜਾ ਕਿਸੇ ਨੂੰ ਸਜ਼ਾ ਦਿੰਦਾ ਹੈ। ਸਜ਼ਾ ਤਾਂ ਬੰਦੇ ਦੇ ਕਰਮ ਦੇ ਰਹੇ ਆ। ਉਹ ਸਭ ਦਾ ਪਿਆਰਾ। ਆ ਗੁਰੂ ਘਰ ਇੱਕ ਚੋਰ ਆ ਕੇ ਅਰਦਾਸ ਕਰੇ, ਨਹੀਂ ਪੂਰੀ ਹੋਊਗੀ। ਇੱਕ ਠਾਕਾ ਕੇ ਅਰਦਾਸ ਕਰੇ, ਨਹੀਂ ਪੂਰੀ ਹੋਊਗੀ। ਅਸੀਂ ਠੇਕਾ ਲਿਆ ਗੱਲਿਆਂ ਨੇ ਵੀ ਸਿਰਫ ਸਾਡੀ ਹੀ ਪੂਰੀ ਹੋਣੀ, ਨਹੀਂ, ਸਭ ਦੀ ਸੁਣਦਾ, ਕਿਉਂਕਿ ਸ੍ਰਿਸ਼ਟੀ ਦਾ ਮਾਲਕ ਆਇਓ। ਇੱਕ ਪਾਸੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਸ੍ਰਿਸ਼ਟੀ ਦੇ ਮਾਲਕ ਨੇ, ਦੂਜੇ ਪਾਸੇ ਕਹਿੰਦੇ ਨਹੀਂ, ਸਾਥੋਂ ਬਿਨਾਂ ਸੁਣਦਾ ਨਹੀਂ ਕਿਸੇ ਦੀ। ਕਮਾਲ ਦੀ ਗੱਲ ਹੈ। ਬਾਣੀ ਦਾ ਤੇ ਵਿਚਾਰ ਹੀ ਨਹੀਂ ਕੀਤਾ, ਕਦੇ ਸਮਝੇ ਹੀ ਨਹੀਂ। ਸਾਹਿਬ ਕਹਿੰਦੇ ਉਹ ਸਭ ਦੀ ਸੁਣਦਾ ਏ, ਸਭ ਦਾ ਸੁਜਾਨ, ਅੰਤਰਜਾਮੀ ਪਿਆਰਾ ਏ। ਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਜਿਨ੍ਹਾਂ ਨੂੰ ਆਪਣਾ ਪਿਆਰਾ ਸੱਜਣ ਵਾਹਿਗੁਰੂ ਮਿਲ ਗਿਆ ਨਾ, ਗੁਰੂ ਮਿਲ ਗਿਆ, ਨਾਨਕ ਤਿੰਨ ਕੁਰਬਾਨ। ਸਤਿਗੁਰ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਆ, ਦਾਨ ਪੁੰਨ ਦੁਨੀਆ ਕਰਦੀ ਰਹੀ ਹੈ। ਹਰੀ ਚੰਦ ਰਾਜੇ ਵਰਗੇ ਟੱਬਰ ਦਾਨ ਕਰ ਗਿਆ, ਵੱਡੇ ਵੱਡੇ ਰਾਜੇ ਹੋਏ ਆ ਧਰਮਾਂ ਦੇ ਵਿੱਚ, ਉਹਨਾਂ ਨੂੰ ਨਹੀਂ ਰੱਬ ਮਿਲਿਆ। ਕਿਹਨੂੰ ਮਿਲਿਆ? ਜਿਹਨੇ ਤਰਸ ਕੀਤਾ, ਦਇਆ ਕੀਤੀ। ਸਭ ਦੇ ਵਿੱਚ ਰੱਬ ਵੇਖਿਆ ਨਾ। ਜਿੱਦਣ ਤੁਸੀਂ ਇਹ ਸੋਚਣ ਲੱਗ ਗਏ ਮੇਰੇ ਦੁਸ਼ਮਣ ਵਿੱਚ ਵੀ ਰੱਬ ਹੈ, ਮੇਰੀ ਨਿੰਦਿਆ ਕਰਨ ਵਾਲੇ ਵਿੱਚ ਵੀ ਰੱਬ ਹੈ, ਮੈਨੂੰ ਗਾਲਾਂ ਕੱਢਣ ਵਾਲੇ ਵਿੱਚ ਵੀ ਮੇਰਾ ਵਾਹਿਗੁਰੂ ਵਰਤਦਾ ਹੈ, ਉਹ ਤੁਸੀਂ ਬੁਰਾ ਸੋਚ ਹੀ ਨਹੀਂ ਸਕਦੇ। ਕਰਨ ਦੀ ਗੱਲ ਆਹ ਤੇ ਧਰਮ ਹੈ। ਸਤਿਗੁਰ ਕਹਿੰਦੇ ਮੈਂ ਉਹ ਤੋਂ ਕੁਰਬਾਨ ਜਾਣਾ, ਸਦਾ ਨਾਮ ਸ਼ਿਕਾਰ ਕਰਦੇ ਹਾਂ। ਮਾਗ ਸੁੱਚੇ ਸੇ ਕਾਂਡੀਏ, ਜਿਨ ਪੂਰਾ ਗੁਰ ਮਿਹਰਬਾਨ। ਜਿਨ੍ਹਾਂ ਤੇ ਪੂਰਾ ਸਤਿਗੁਰੂ ਮਿਹਰਬਾਨ ਹੋਇਆ ਤਰਸ ਕਰਕੇ। ਸਤਿਗੁਰੂ ਕਹਿੰਦੇ ਮਾਗ ਸੁੱਚੇ ਸੇ ਕਾਂਡੀਏ, ਉਹ ਮਾਗ ਦੇ ਮਹੀਨੇ ਵਿੱਚ ਸੁੱਚੇ ਨੇ। ਸੁੱਚੇ ਕੌਣ ਨੇ? ਸੱਚਾ ਹੀ ਸੁੱਚਾ ਹੁੰਦਾ ਹੈ। ਸੱਚਾ ਬੰਦਾ ਸੁੱਚਾ ਹੁੰਦਾ ਹੈ, ਸੱਚਾ ਮਾਰਗ ਚੱਲਦੇ ਆ। ਉਸਤਤ ਕਰੇ ਜਹਾਨ ਕਹਿ ਦਿੱਤਾ ਨਾ। ਅੱਗੇ ਕੀ ਲਿਖਦੇ ਆ? ਮਾਗ ਸੁੱਚੇ ਸੇ ਕਾਂਡੀਏ, ਜਿਨ ਗੁਰ ਸਦ ਮਿਹਰਬਾਨ। ਪੂਰਾ ਗੁਰ ਸਦ ਮਿਹਰਬਾਨ, ਪੂਰਾ ਸਤਿਗੁਰੂ ਸਦਾ ਮਿਹਰਬਾਨ ਉਹਨਾਂ ਤੇ ਹੈ ਜਿਨ੍ਹਾਂ ਮਾਘ ਦੇ ਮਹੀਨੇ ਵਿੱਚ ਆਪਣੇ ਆਪ ਨੂੰ ਉੱਤਮ ਬਣਾਇਆ, ਸੁੱਚਾ ਬਣਾਇਆ। ਤੁਸੀਂ ਸੁੱਚੇ ਹੋ ਜਾਓਗੇ। ਮਾਫ ਕਰਨਾ ਸਿੱਖ ਲਓ, ਤਰਸ ਕਰਨਾ ਸਿੱਖ ਲਓ, ਦਇਆ ਕਰਨੀ ਸਿੱਖ ਲਓ। ਓਏ ਲੋਕਾਂ ਨੇ ਵੀ ਤੁਹਾਡੇ ਔਗਣ ਨਹੀਂ ਵੇਖਣੇ ਤੇ ਔਗਣ ਨਿਰੰਕਾਰ ਨੇ ਵੀ ਨਹੀਂ ਦੇਖਣੇ। ਆਖੋ ਸਤਿਨਾਮ। ਜਦੋਂ ਅਸੀਂ ਉਹ ਧਰਮਰਾਜ ਬਣੇ ਫਿਰਦੇ ਆ ਤੇ ਫਿਰ ਸਾਡਾ ਵੀ ਤੇ ਘੜੀਸਾ ਪਾਉਣਾ ਕਿਸੇ ਨੇ। ਜਦੋਂ ਅਸੀਂ ਬਣੇ ਫਿਰਦੇ ਧਰਮ, ਅਸੀਂ ਹਰੇਕ ਦੀ ਜ਼ਿੰਦਗੀ ਦੇ ਜੱਜ ਆ। ਆਪਣੀ ਜ਼ਿੰਦਗੀ ਦਾ ਸਾਨੂੰ ਕੱਖ ਨਹੀਂ ਪਤਾ। ਲੈ ਦੂਜੇ ਦੀ ਜ਼ਿੰਦਗੀ ਅਸੀਂ ਡਿਸਾਈਡ ਕਰਦੇ ਆ, ਕਿਵੇਂ ਖਾਊ, ਕਿਵੇਂ ਉੱਠੂ, ਕਿਵੇਂ ਬਹੂ, ਕਿੱਥੇ ਜਾਊ, ਕਰਦੇ ਆ। ਪਰ ਸਾਹਿਬ ਕੀ ਕਹਿੰਦੇ ਆ? ਕਹਿੰਦੇ ਆ ਮਾਘ ਦੇ ਮਹੀਨੇ 'ਚ ਸੁੱਚਾ ਹੋ ਜਾ, ਸੱਚੇ ਮਾਰਗ ਤੇ ਚੱਲਿਆ ਕਰ। ਉਹ ਕਿਹੜਾ ਹੈ? ਮਾਘ ਭਜਨ ਸੰਗ ਸਾਧੂਗਾ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।